ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਆਨਲਾਈਨ ਗੁਰਮਤਿ ਕਲਾਸ ਵਿੱਚ। ਆਪ ਸਾਰੀਆਂ ਭੈਣਾਂ ਦਾ ਔਰ ਸਾਰੇ ਵੀਰਾਂ ਦਾ ਜੀ ਆਇਆਂ ਆਖਿਆ ਜਾਂਦਾ ਸਭ ਨੂੰ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਜੀਵਨ ਜੀਣ ਦੀ ਜਾਚ ਸਿੱਖ ਰਹੇ ਹਾਂ। ਜਿਸ ਤਰ੍ਹਾਂ ਹੀ ਸਾਡਾ ਆਪਣਾ ਜੀਵਨ, ਸਾਡਾ ਸਮਾਜਿਕ ਜੀਵਨ ਔਰ ਇਹ ਸਮਾਜ ਔਰ ਸੰਸਾਰ ਇੱਕ ਚੰਗਾ ਸਮਾਜ ਬਣ ਸਕੇ ਔਰ ਹਰ ਇਨਸਾਨ ਸੁਖ ਸ਼ਾਂਤੀ ਆਨੰਦ ਖੇੜੇ ਵਾਲੀ ਜ਼ਿੰਦਗੀ ਜੀ ਸਕੇ ਔਰ ਜਗਤ ਦੇ ਅੰਦਰ ਵਸਤੇ ਕਣ ਕਣ ਦੇ ਅੰਦਰ ਵਸਤੇ ਪ੍ਰਭੂ ਨੂੰ ਇਹ ਅਨੁਭਵ ਕਰ ਸਕੇ। ਕੱਲ ਤੱਕ ਅਸੀਂ 35 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 36ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਚਿਆਰ ਹੋਣ ਦੀ ਪ੍ਰੇਰਣਾ ਦਿੱਤੀ ਗਈ ਹੈ, ਕਿਉਂਕਿ ਸਚਿਆਰ ਹੋਣ ਦੇ ਅੰਦਰ ਹੀ ਮਨੁੱਖ ਦਾ ਭਲਾ ਹੈ। ਸਚਿਆਰ ਸਮਾਜ ਦੇ ਅੰਦਰ ਹੀ ਸੁਖ ਔਰ ਸ਼ਾਂਤੀ ਵਰਤ ਸਕਦੀ ਹੈ। ਸਮਾਜ ਸਚਿਆਰ ਜੋ ਸਮਾਜ ਹੈ ਉਹ ਹੀ ਇਸ ਸੰਸਾਰ ਨੂੰ ਸਵਰਗ ਬਣਾ ਸਕਦਾ ਹੈ। ਸਚਿਆਰਤਾ ਦੇ ਅੰਦਰ ਹੀ ਵਿਕਾਸ ਹੈ, ਸਚਿਆਰਤਾ ਦੇ ਅੰਦਰ ਹੀ ਆਤਮਿਕ ਜੀਵਨ ਹੈ, ਸਚਿਆਰਤਾ ਵਿੱਚ ਹੀ ਪਰਿਵਾਰਕ ਮਾਨਸਿਕ ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਆਪਣੀ ਇਸ ਜ਼ਿੰਦਗੀ ਨੂੰ ਸੁਚੱਜਾ ਬਣਾ ਸਕੀਏ। ਤੇ ਸਚਿਆਰ ਹੋਣ ਵਾਸਤੇ ਕੋਈ ਵੀ ਕਰਮ ਕਾਂਡ ਆਦਿਕ ਕੰਮ ਨਹੀਂ ਕਰੇਗਾ। ਕਿਸੇ ਜਪ ਤਪ ਸੰਜਮ ਦੇ ਨਾਲ, ਵਿਖਾਵੇ ਦੀਆਂ ਸਮਾਧੀਆਂ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਜਾਂ ਹੋਰ ਐਸੇ ਕਰਮ ਕਾਂਡ ਕਰਨ ਦੇ ਨਾਲ ਮਨੁੱਖ ਸਚਿਆਰ ਨਹੀਂ ਹੁੰਦਾ। ਸੁਚਮਤਾ ਨਾਲ, ਚਲਾਕੀਆਂ ਨਾਲ, ਸਮਾਧੀਆਂ ਨਾਲ, ਕ੍ਰਿਸ਼ਨਾ ਦੇ ਅਧੀਨ ਰਿਆਂ ਪਦਾਰਥ ਇਕੱਠੇ ਕਰਨ ਨਾਲ ਸਚਿਆਰ ਨਹੀਂ ਹੁੰਦਾ। ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਹੁਕਮ ਦੇ ਅੰਦਰ ਤੁਰਨਾ, ਰਜਾ ਦੇ ਅੰਦਰ ਤੁਰਨਾ, ਰੱਬੀ ਰਜਾ ਦੇ ਅੰਦਰ ਜ਼ਿੰਦਗੀ ਗੁਜ਼ਾਰਨੀ ਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਤੇ ਸਮਰੱਥਾ ਹਰ ਇਨਸਾਨ ਦੇ ਅੰਦਰ ਹੈ ਕਿ ਉਸ ਜਿਹੜਾ ਹੈ ਰੱਬੀ ਹੁਕਮ ਨੂੰ ਸਮਝੇ ਔਰ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਵੇ। ਮਾਲਕ ਦੇ ਹੁਕਮ ਦੇ ਅੰਦਰ ਜੀਵਨ ਗੁਜ਼ਾਰਨਾ ਬੜਾ ਸੌਖਾ, ਆਸਾਨ ਹੈ ਔਰ ਆਤਮਿਕ ਜੀਵਨ ਦੇਣ ਵਾਲਾ ਹੈ। ਕੱਲ ਅਸੀਂ ਵਿਚਾਰਿਆ ਸੀ ਗਿਆਨ ਖੰਡ ਬਾਰੇ। ਗਿਆਨ ਦੀ ਅਵਸਥਾ, ਜਦੋਂ ਮਨੁੱਖ ਦੇ ਜੀਵਨ ਦੇ ਅੰਦਰ ਗਿਆਨ ਦਾ ਪ੍ਰਚੰਡ ਦੀਵਾ ਬਲਦਾ ਹੈ, ਭਾਵ ਇਸ ਨੂੰ ਯਥਾਰਥ ਗਿਆਨ ਪ੍ਰਾਪਤ ਹੁੰਦਾ ਹੈ, ਤਾਂ ਗਿਆਨ ਰਾਹੀਂ ਇਹ ਅਨੇਕਾਂ ਰੰਗ ਤਮਾਸ਼ੇ ਮਾਣਦਾ ਹੈ। ਗਿਆਨ ਰਾਹੀਂ ਆਪਣੇ ਜੀਵਨ ਨੂੰ ਸੁਚੱਜਾ ਬਣਾਉਂਦਾ ਹੈ। ਗੁਰੂ ਦਾ ਗਿਆਨ ਹਾਸਲ ਕਰਕੇ, ਗਿਆਨ ਦੀ ਸਹੀ ਵਰਤੋਂ ਕਰਕੇ ਮਨੁੱਖ ਰੱਬੀ ਰਜਾ ਦੇ ਅੰਦਰ ਤੁਰ ਕੇ ਸਚਿਆਰ ਹੁੰਦਾ ਹੈ। ਜਿੰਨੀ ਵੀ ਸਾਡੀ ਅੱਜ ਤੱਕ ਸਮਾਜ ਦੇ ਅੰਦਰ ਖੋਜਾਂ ਹੋਈਆਂ ਨੇ, ਸਾਇੰਸ ਦੀਆਂ ਖੋਜਾਂ ਨੇ, ਜਾਂ ਸਮਾਜ ਦੇ ਅੰਦਰ ਅਸੀਂ ਸਮਾਜ ਨੂੰ ਸੋਹਣਾ ਬਣਾਇਆ ਹੈ, ਆਪਣੇ ਜੀਵਨ ਵਾਸਤੇ ਬਹੁਤ ਕੁਝ ਖੋਜਿਆ ਹੈ, ਵਿਚਾਰਿਆ ਹੈ, ਇਹ ਗਿਆਨ ਦੇ ਆਸਰੇ ਹੈ। ਜਿਵੇਂ ਜਿਵੇਂ ਮਨੁੱਖ ਨੇ ਗਿਆਨ ਦੀ ਵਰਤੋਂ ਕੀਤੀ ਹੈ ਤੇ ਗਿਆਨ ਦੇ ਭੰਡਾਰੇ ਹਰ ਮਨੁੱਖ ਦੇ ਅੰਦਰ ਭਰੇ ਪਏ ਨੇ। ਬਹੁਤ ਵੱਡਾ ਦਿਮਾਗ, ਬਹੁਤ ਵੱਡੀ ਸੋਚਣ ਸ਼ਕਤੀ ਹਰ ਇਨਸਾਨ ਨੂੰ ਪ੍ਰਭੂ ਨੇ, ਕੁਦਰਤ ਨੇ ਦਿੱਤੀ ਹੈ। ਜਿੰਨਾ ਵੀ ਕੋਈ ਇਹਨੂੰ ਯੂਜ਼ ਕਰੇਗਾ, ਜਿੰਨਾ ਵੀ ਇਸ ਦਿਮਾਗ ਨੂੰ ਵਰਤੇਗਾ, ਓਨਾ ਹੀ ਉਹਦੇ ਗਿਆਨ ਦੇ ਅੰਦਰ ਵਾਧਾ ਹੁੰਦਾ ਚਲਾ ਜਾਏਗਾ। ਇਹਦੇ ਅੰਦਰ ਘਾਟਾ ਨਹੀਂ ਹੋਏਗਾ। ਜਿਵੇਂ ਜਿਵੇਂ ਅਸੀਂ ਗਿਆਨ ਨੂੰ ਵਰਤਾਂਗੇ ਇਹ ਵਧੇਗਾ ਔਰ ਗਿਆਨ ਦੇ ਆਸਰੇ ਅਸੀਂ ਜੀਵਨ ਨੂੰ ਸੁਚੱਜਾ ਔਰ ਸੋਹਣਾ ਬਣਾਵਾਂਗੇ। ਹੁਣ ਅਗਲੀ ਜੋ ਪੌੜੀ ਹੈ, 36ਵੀਂ ਪੌੜੀ, ਇਹ ਹੈ ਸਰਮ ਖੰਡ ਵਾਲੀ ਪੌੜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ। ਕਿ ਗਿਆਨ ਦੇ ਅੰਦਰ, ਗਿਆਨ ਦੀ ਅਵਸਥਾ ਦੇ ਵਿੱਚ ਗਿਆਨ ਹੀ ਪ੍ਰਚੰਡ ਹੈ, ਗਿਆਨ ਦੀ ਵਿਸ਼ਾਲਤਾ ਹੈ, ਗਿਆਨ ਦੀ ਅਹਿਮੀਅਤ ਹੈ ਔਰ ਗਿਆਨ ਰਾਹੀਂ ਮਨੁੱਖ ਰੱਬੀ ਹੁਕਮ ਨੂੰ ਸਮਝਦਾ ਹੈ ਔਰ ਇਸ ਦੁਨੀਆ ਦੇ ਅੰਦਰ ਅਨੰਤ ਹੋ ਰਹੇ ਕੌਤਕਾਂ ਦਾ ਆਨੰਦ ਮਾਣਦਾ। ਹਕੀਕਤ ਹੈ ਇਸ ਦੁਨੀਆ ਵਿੱਚ ਕਿਤਨੇ ਅਚਰਜ ਕੌਤਕ ਹੋ ਰਹੇ ਹਨ, ਮਨੁੱਖ ਉਹਦਾ ਆਨੰਦ ਮਾਣਦਾ ਹੈ। ਦੁਨੀਆ ਵਿੱਚ ਕਿੰਨੇ ਕਿਸਮ ਦੀ ਵਨਸਪਤੀ ਹੈ,
ਕਿੰਨੇ ਹੀ ਅਨੇਕਾਂ ਕਿਸਮ ਦੇ ਫਲ ਨੇ, ਫੁੱਲ ਨੇ, ਕਿਵੇਂ ਉਹਨਾਂ ਦੀ ਉਤਪਤੀ ਹੋ ਰਹੀ ਹੈ। ਇੱਥੇ ਅਨੰਤ ਦਰਿਆ ਨੇ, ਨਦੀਆਂ ਨੇ, ਨਾਲੇ ਨੇ, ਝੀਲਾਂ ਨੇ, ਮਨੁੱਖ ਮਾਤਰ ਨੇ, ਪਸ਼ੂ ਪੰਛੀ ਨੇ, ਆਕਾਸ਼ ਦੇ ਅੰਦਰ ਤਾਰਕਾ ਮੰਡਲ ਹੈ, ਧਰਤੀ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ ਤਾਰੇ ਨੇ, ਚੰਦਰਮਾ ਆਦਿਕ ਹੈ। ਕਿੰਨੇ ਸਾਰੇ ਅਨੰਤ ਅਨੰਤ ਭੌਤਿਕ ਇਸ ਦੁਨੀਆਂ ਦੇ ਅੰਦਰ ਵਾਪਰ ਰਹੇ ਨੇ। ਮਨੁੱਖ ਇਹਨਾਂ ਦਾ ਆਨੰਦ ਮਾਣਦਾ ਹੈ, ਗਿਆਨ ਦੀ ਸਹੀ ਵਰਤੋਂ ਕਰਕੇ, ਦਿਮਾਗ ਦੀ ਸਹੀ ਵਰਤੋਂ ਕਰਕੇ। ਔਰ ਹਕੀਕਤ ਹੈ, ਅਸੀਂ ਪਿੱਛੇ ਇੱਕ ਕਲਾਸ ਲਗਾਈ ਸੀ, ਆਪ ਨੂੰ ਯਾਦ ਹੋਏਗਾ, ਆਨੰਦਮਈ ਜੀਵਨ। ਉਸ ਆਨੰਦਮਈ ਜੀਵਨ ਦੇ ਅੰਦਰ ਇੱਕ ਪੁਆਇੰਟ ਆਪ ਦੇ ਨਾਲ ਸਾਂਝਾ ਕੀਤਾ ਸੀ ਕਿ ਕੁਝ ਸਮਾਂ ਕੁਦਰਤ ਦੇ ਅੰਦਰ ਜ਼ਰੂਰ ਗੁਜ਼ਾਰੋ। ਖੁਸ਼ ਰਹਿਣ ਵਾਸਤੇ ਜ਼ਰੂਰਤ ਹੈ ਕਿ ਇਸ ਕੁਦਰਤ ਨੂੰ ਵੇਖਿਆ ਜਾਏ, ਕੁਦਰਤ ਦੇ ਅੰਦਰ ਸਮਾਂ ਗੁਜ਼ਾਰਿਆ ਜਾਏ। ਕਿਸੇ ਦਰਿਆ ਦੇ ਕਿਨਾਰੇ ਜਾ ਕੇ ਬੈਠੋ, ਕਿਸੇ ਝੀਲ ਦੇ ਕਿਨਾਰੇ ਜਾਓ, ਸੀ ਸਾਈਡ ਦੀ ਸੈਰ ਕਰੋ, ਸਮੁੰਦਰ ਨੂੰ ਬੜੇ ਗਹੁ ਦੇ ਨਾਲ ਤੱਕੋ, ਕਿਸੇ ਬਾਗ ਦੇ ਅੰਦਰ ਚਲੇ ਜਾਓ, ਕਿਸੇ ਪਾਰਕ ਅੰਦਰ ਚਲੇ ਜਾਓ, ਕਿਸੇ ਜੰਗਲ ਦੀ ਸੈਰ ਕਰੋ, ਤਾਂ ਆਪ ਦੇਖੋਗੇ ਕਿੰਨੇ ਸਾਰੇ ਰੁੱਖ ਦਰਖਤ, ਫਲ ਔਰ ਫੁੱਲ ਆਪ ਦਾ ਸਵਾਗਤ ਮਾਨੋ ਕਰ ਰਹੇ ਨੇ। ਤੁਹਾਨੂੰ ਇਹ ਰੁੱਖ ਗਾਉਂਦੇ ਔਰ ਨੱਚਦੇ ਹੋਏ ਪ੍ਰਤੀਤ ਹੋਣਗੇ। ਕਦੇ ਸ਼ਾਮ ਨੂੰ ਬਾਹਰ ਨਿਕਲੋ, ਚਿੜੀਆਂ ਦੀ ਚੂਹੂ ਚੂਹੂ ਦੀ ਆਵਾਜ਼ ਸੁਣੋ, ਕਿੰਨਾ ਇੱਕ ਮਧੁਰ ਸੰਗੀਤ ਤੁਹਾਨੂੰ ਸੁਣਾਈ ਦੇਵੇਗਾ। ਕਿਸੇ ਬਾਗ ਦੇ ਅੰਦਰ ਬੋਲਦੀ ਹੋਈ ਕੋਇਲ ਤੁਹਾਡੇ ਮਨ ਨੂੰ ਮੋਹ ਲਵੇਗੀ। ਪਪੀਹੇ ਦੀ ਆਵਾਜ਼ ਤੁਹਾਡੇ ਚਿੱਤ ਨੂੰ ਆਕਰਸ਼ਿਤ ਕਰੇਗੀ। ਕਿਸੇ ਝਰਨੇ ਦਾ ਕਲਕਲ ਕਰਦਾ ਹੋਇਆ ਜਲ ਆਪ ਦੇ ਮਨ ਨੂੰ ਇੱਕ ਸੰਗੀਤ ਵਾਲੀ ਫੀਲਿੰਗ ਦੇਵੇਗਾ, ਔਰ ਕਿਵੇਂ ਉਹ ਕਲਕਲ ਕਰਦਾ ਹੋਇਆ, ਵਹਿੰਦਾ ਹੋਇਆ, ਆਪਣੀ ਮੰਜ਼ਿਲ ਵੱਲ ਵੱਧਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ। ਕਿਤੇ ਉੱਚੇ ਪਹਾੜ, ਕਿਤੇ ਬੱਦਲ, ਰਾਤ ਨੂੰ ਆਕਾਸ਼ ਮੰਡਲ ਵੱਲ ਦੇਖੋਗੇ, ਚਮਕਦੇ ਹੋਏ ਤਾਰੇ ਤੁਹਾਡੇ ਮਨ ਨੂੰ ਮੋਹ ਲੈਣਗੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸ ਕੁਦਰਤ ਨੂੰ ਵੇਖਦੇ ਨੇ, ਔਰ ਕੁਦਰਤ ਨੂੰ ਵੇਖ ਕੇ ਰੱਬੀ ਰੰਗ ਦੇ ਅੰਦਰ ਰੰਗੇ ਜਾਂਦੇ ਨੇ। ਉਹਨਾਂ ਨੂੰ ਇਹ ਸਾਰੀ ਕੁਦਰਤ ਰੱਬ ਦੀ ਆਰਤੀ ਕਰਦੀ ਹੋਈ ਪ੍ਰਤੀਤ ਹੁੰਦੀ ਹੈ, ਔਰ ਉਹ ਗਾ ਉੱਠਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਐਸੀ ਆਰਤੀ ਹੋਏ ਕਿ ਹੇ ਪ੍ਰਭੂ, ਇਹ ਦੁੱਖਾਂ ਨੂੰ ਦੂਰ ਕਰਨ ਵਾਲੇ, ਕਿੰਨੀ ਅਜੀਬ ਔਰ ਹੈਰਾਨ ਕਰਨ ਵਾਲੀ ਇਹ ਮਾਨੋ ਤੇਰੀ ਆਰਤੀ ਹੋ ਰਹੀ ਹੈ। ਸਾਰੀ ਵਨਸਪਤੀ ਮਾਨੋ ਤੇਰੇ ਤੇ ਹੀ ਫੁੱਲ ਬਰਸਾ ਰਹੀ ਹੈ, ਪਵਨ ਮਾਨੋ ਤੇਰੇ ਤੇ ਹੀ ਚਵਰ ਕਰ ਰਹੀ ਹੈ। ਇਹ ਆਕਾਸ਼ ਮਾਨੋ ਇੱਕ ਥਾਲ ਬਣਿਆ ਹੋਇਆ ਹੈ, ਜਿਹਦੇ ਵਿੱਚ ਸੂਰਜ ਔਰ ਚੰਦਰਮਾ ਦੋ ਦੀਵੇ ਜਗੇ ਹੋਏ ਨੇ, ਤਾਰੇ ਮਾਨੋ ਉਹਦੇ ਵਿੱਚ ਮੋਤੀਆਂ ਦੀ ਤਰ੍ਹਾਂ ਜੜੇ ਹੋਏ ਨੇ। ਤਾਂ ਕਿਵੇਂ ਇਹ ਪੂਰੀ ਦੀ ਪੂਰੀ ਕਾਇਨਾਤ ਹੀ ਪ੍ਰਭੂ ਦੀ ਆਰਤੀ ਕਰਦੀ ਹੋਈ ਪ੍ਰਤੀਤ ਵੇਖਣ ਦਾ ਨਜ਼ਰੀਆ ਹੈ ਨਾ। ਆਮ ਮਨੁੱਖ ਨੂੰ ਸੂਰਜ ਤਪਦਾ ਔਰ ਸੜਦਾ ਹੋਇਆ ਮਹਿਸੂਸ ਹੁੰਦਾ ਹੈ, ਪਰ ਗੁਰੂ ਨਾਨਕ ਦੇਵ ਜੀ ਉਸ ਨੂੰ ਦੀਵੇ ਦੇ ਰੂਪ ਦੇ ਅੰਦਰ ਪ੍ਰਭੂ ਦੇ ਹੁਕਮ ਵਿੱਚ ਤੁਰਦਾ, ਆਰਤੀ ਕਰਦਾ ਹੋਇਆ ਤੱਕਦੇ ਨੇ। ਗੱਲ ਤਾਂ ਵੇਖਣ ਦੇ ਨਜ਼ਰੀਏ ਦੀ ਹੈ। ਮਨੁੱਖ ਨੂੰ ਇਸ ਦੁਨੀਆ ਦੇ ਅੰਦਰ ਹਨੇਰੀਆਂ ਔਰ ਝੱਖੜ ਤੂਫਾਨ ਵਿਨਾਸ਼ ਦਾ ਕਾਰਨ ਦਿਸਦੇ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ, ਪਵਨ ਵੀ, ਪਾਣੀ ਵੀ, ਅਗਨੀ ਆਦਿਕ ਵੀ ਪ੍ਰਭੂ ਨੂੰ ਗਾਉਂਦੇ ਹੋਏ ਪ੍ਰਤੀਤ ਹੁੰਦੇ ਨੇ। ਇਹਨਾਂ ਵਿੱਚ ਵੀ ਉਹ ਜ਼ਿੰਦਗੀ ਦਾ ਸੰਗੀਤ ਸੁਣ ਰਹੇ ਨੇ। ਤਾਂ ਜ਼ਰੂਰਤ ਹੈ ਆਪਣੇ ਇਸ ਗਿਆਨ ਨੂੰ, ਦਿਮਾਗ ਨੂੰ ਵਰਤੋਂ ਕਰਨ ਦੀ। ਕਿ ਅਸੀਂ ਵਰਤੋਂ ਕਿਵੇਂ ਕਰਾਂਗੇ, ਤੁਹਾਡੀ ਚੁਆਇਸ ਹੈ, ਮੇਰੀ ਆਪਣੀ ਚੋਇਸ ਹੈ ਕਿ ਮੈਂ ਕੀ ਚੁਣਾਂਗਾ, ਕਿਸ ਨਜ਼ਰੀਏ ਦੇ ਨਾਲ ਇਸ ਸੰਸਾਰ ਨੂੰ ਵੇਖਾਂਗਾ। ਤਾਂ ਗਿਆਨ ਦੀ ਸਹੀ ਵਰਤੋਂ ਕਰਨਾ ਹੀ ਗਿਆਨ ਹੈ ਨਾ। ਗਿਆਨ ਤਾਂ ਸਾਰਿਆਂ ਦੇ ਕੋਲ ਹੈ, ਦਿਮਾਗ ਹਰ ਮਨੁੱਖ ਦੇ ਕੋਲ ਹੈ, ਉਹਨੂੰ ਅਸੀਂ ਵਰਤਦੇ ਕਿਵੇਂ ਹਾਂ ਇਹਦੇ ਤੇ ਡਿਪੈਂਡ ਕਰੇਗਾ। ਅਗਲਾ ਹੁਣ ਬਚਨ ਕਰਦੇ ਨੇ, ਸਰਮ ਖੰਡ ਕੀ ਬਾਣੀ ਰੂਪ। ਖੰਡ ਦਾ ਮਤਲਬ ਟੁਕੜਾ, ਸ਼ਰਮ, ਇੱਥੇ ਸ਼ਰਮ ਨਹੀਂ ਪੜਨਾ, ਇੱਥੇ ਸ਼ਰਮ ਨੂੰ ਪੜਨਾ ਹੈ ਸ਼ਰਮ। ਤੇ ਸ਼ਰਮ ਦਾ ਮਤਲਬ ਹੈ, ਜਿਵੇਂ ਹਿੰਦੀ ਵਿੱਚ ਹੁੰਦਾ ਨਾ ਸ਼ਰਮ, ਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ ਕਰਨਾ। ਇੱਥੇ ਮਿਹਨਤ ਦੀ ਗੱਲ ਹੈ। ਜਦੋਂ ਬੰਦਾ ਮਿਹਨਤ ਕਰਦਾ ਹੈ, ਮਿਹਨਤ ਵਾਲੀ ਅਵਸਥਾ, ਮਿਹਨਤ ਵਾਲੀ ਪੋਜੀਸ਼ਨ, ਤਾਂ ਗੁਰੂ ਜੀ ਕਹਿੰਦੇ ਨੇ ਬਾਣੀ ਦਾ ਮਤਲਬ ਇੱਥੇ ਹੈ ਬਨਾਵਟ, ਰੂਪ ਦਾ ਮਤਲਬ ਸੁੰਦਰਤਾ। ਸ਼ਰਮ ਖੰਡ ਕੀ ਬਾਣੀ ਰੂਪ। ਹੁਣ ਅਸੀਂ ਗਿਆਨ ਦੀ ਗੱਲ ਪੜ੍ਹ ਰਹੇ ਹਾਂ, ਗਿਆਨ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ।
ਅਗਲੀ ਹੈ ਸ਼ਰਮ। ਸ਼ਰਮ ਦਾ ਮਤਲਬ ਮਿਹਨਤ। ਹਰ ਇਨਸਾਨ ਨੂੰ ਮਿਹਨਤ ਕਰਨੀ ਪਵੇਗੀ। ਦੇਖੋ, ਸੁੰਦਰਤਾ ਨੂੰ ਦੁਨੀਆ ਦਾ ਹਰ ਮਨੁੱਖ, ਇਸਤਰੀ ਪੁਰਸ਼ ਪਸੰਦ ਕਰਦੇ ਨੇ। ਜਦੋਂ ਅਸੀਂ ਰਿਸ਼ਤਾ ਨਾਤਾ ਵੀ ਕਰਨਾ ਹੋਵੇ ਤਾਂ ਲੋਕ ਵੇਖਦੇ ਨੇ, ਸਾਰਾ ਕੁਝ ਵੇਖਣ ਤੋਂ ਸਭ ਤੋਂ ਪਹਿਲਾਂ ਕਹਿੰਦੇ ਨੇ ਮੁੰਡਾ ਬੜਾ ਸੋਹਣਾ ਹੈ ਜਾਂ ਕੁੜੀ ਬੜੀ ਸੋਹਣੀ ਹੈ। ਸੁਹੱਪਣ, ਸਰੀਰਕ ਸੁਹੱਪਣ। ਇਸ ਦੁਨੀਆ ਦੇ ਅੰਦਰ ਸੁਹੱਪਣ ਨੂੰ, ਸੁੰਦਰਤਾ ਨੂੰ ਹਰ ਕੋਈ ਪਸੰਦ ਕਰਦਾ ਹੈ। ਜੇ ਕਿਤੇ ਬਾਗ ਬਗੀਚੇ ਵਿੱਚ ਜਾਵੀਏ ਤੇ ਅਸੀਂ ਕਹਿੰਦੇ ਹਾਂ ਬਹੁਤ ਸੁੰਦਰ ਹੈ ਇਹ ਪਾਰਕ, ਬਹੁਤ ਸੁੰਦਰ ਹੈ ਇਹ ਬਗੀਚਾ, ਬੜੀ ਸੋਹਣੀ ਹੈ ਇੱਥੋਂ ਦੀ ਤਰਤੀਬ, ਬੜੇ ਸੋਹਣੇ ਨੇ ਇੱਥੋਂ ਦੇ ਲੱਗੇ ਹੋਏ ਵਰਕਸ਼, ਬੜੇ ਸੋਹਣਾ ਹੈ ਇੱਥੋਂ ਦਾ ਪ੍ਰਬੰਧ, ਬੜੇ ਸੁੰਦਰ ਨੇ ਇੱਥੋਂ ਦੇ ਫੁੱਲ ਆਦਿ। ਕੋਈ ਇਮਾਰਤ ਬਣਾਉਣੀ ਹੋਵੇ ਤੇ ਉਸ ਇਮਾਰਤ ਦੀ ਬਾਹਰਲੀ ਬਣਾਵਟ ਨੂੰ, ਸੁੰਦਰਤਾ ਨੂੰ ਵੇਖਿਆ ਜਾਂਦਾ ਹੈ। ਇਸੇ ਤਰ੍ਹਾਂ ਕੱਪੜੇ ਨੇ ਤਾਂ ਲੋਕ ਚੰਗਾ ਡਿਜ਼ਾਈਨ, ਚੰਗਾ ਕੱਪੜਾ ਵੇਖ ਕੇ ਕਹਿੰਦੇ ਹਨ ਕਿ ਬੜਾ ਸੋਹਣਾ ਡਿਜ਼ਾਈਨ ਹੈ, ਬੜੇ ਸੋਹਣੇ ਰੰਗ ਨੇ, ਬਹੁਤ ਚੰਗੀ ਕੁਆਲਿਟੀ ਦੀ ਇਹ ਚੀਜ਼ ਹੈ। ਯਾਨੀ ਹਰ ਇਨਸਾਨ ਸੁੰਦਰਤਾ ਨੂੰ ਪਸੰਦ ਕਰਦਾ ਹੈ, ਕੋਝੇਪਨ ਨੂੰ ਕੋਈ ਪਸੰਦ ਨਹੀਂ ਕਰਦਾ। ਔਰ ਸੁੰਦਰ ਕਿਹੜੀ ਚੀਜ਼ ਹੁੰਦੀ ਹੈ? ਜਿਸ ਦੇ ਅੰਦਰ ਪੂਰਨਤਾ ਹੋਵੇ। ਜਿਹੜਾ ਅੱਧਾ ਮਕਾਨ ਬਣਿਆ ਹੋਏ, ਛੱਤਾਂ ਨਾ ਪਈਆਂ ਹੋਣ, ਤਾਂ ਉਹਨੂੰ ਅਸੀਂ ਸੁੰਦਰ ਨਹੀਂ ਕਹਿ ਸਕਾਂਗੇ। ਅਧੂਰੀ ਕਵਿਤਾ ਸੁੰਦਰ ਨਹੀਂ ਹੈ। ਕਮੀਜ਼ ਸੀਤਾ ਹੋਵੇ ਤੇ ਇੱਕ ਪਾਸਾ ਨਾ ਲਾਇਆ ਜਾਏ ਤੇ ਇੱਕ ਪਾਸੇ ਨੂੰ ਬਾਹਾਂ ਲਾ ਦਿੱਤੀਆਂ ਜਾਣ ਤਾਂ ਸੁੰਦਰ ਨਹੀਂ ਹੋਏਗਾ। ਪੂਰਨਤਾ। ਜਿਵੇਂ ਹੁਣ ਸੁੰਦਰਤਾ ਹੈ, ਪਰ ਇਹ ਬਾਹਰ ਦੀ ਸੁੰਦਰਤਾ ਸदैव ਰਹਿੰਦੀ ਨਹੀਂ। ਸਰੀਰਕ ਸੁੰਦਰਤਾ। ਸਾਡੇ ਨਾ ਪਿੰਡ ਇੱਕ ਮਾਤਾ ਸੀ ਤੇ ਉਹ ਕਹਿਣ ਲੱਗੀ ਕਿ ਇੱਕ ਦਿਨ ਹਾਸੇ ਮਜ਼ਾਕ ਵਿੱਚ ਹੀ ਨਾਲ ਦੇ ਸਾਥੀ ਸੀ ਸਾਡਾ, ਕਹਿਣ ਲੱਗੀ ਤੁਹਾਡੀਆਂ ਵੀ ਕੋਈ ਵਹੁਟੀਆਂ ਨੇ? ਮੇਰੀ ਨੂੰਹ ਵੇਖੋ ਕਿੰਨੀ ਸੋਹਣੀ ਹੈ, ਸੁੰਦਰ ਹੈ, ਜੋਤ ਹੈ। ਜੇ ਅੰਦਰ ਬੈਠੀ ਹੋਵੇ ਨਾ ਤੇ ਬਾਹਰ ਚਾਨਣਾ ਹੁੰਦਾ, ਮੇਰੀ ਨੂੰਹ ਜੋਤ ਹੈ। ਔਰ ਵਾਸਤਵ ਚ ਮਤਲਬ ਉਹ ਸਿਫਤ ਕਰਨਾ ਹਰ ਇੱਕ ਦਾ ਫਰਜ਼ ਵੀ ਬਣਦਾ ਹੈ। ਤੇ ਮਾਤਾ ਨਾਲ ਸਾਡਾ ਪ੍ਰੇਮ ਸੀ, ਜਿਵੇਂ ਘਰੇਲੂ ਪਰਿਵਾਰਕ ਰਿਸ਼ਤਾ ਹੁੰਦਾ ਹੈ, ਆਉਣ ਜਾਣ, ਇਕੱਠੇ ਲੰਗਰ ਪ੍ਰਸ਼ਾਦਾ ਛਕਣਾ ਸਾਰੇ ਪਰਿਵਾਰ ਨੇ। ਤੇ ਇੱਕ ਦਿਨ ਦੋਵੇਂ ਨੂੰਹ ਸੱਸ ਲੜ ਪਈਆਂ। ਨੂੰਹ ਨੇ ਆਪਣਾ ਆਪ ਵਿਖਾਇਆ ਥੋੜਾ ਜਿਹਾ ਤੇ ਫਿਰ ਥੋੜਾ ਬੋਲੇ ਤੇ ਮੈਂ ਕਿਹਾ ਮਾਤਾ ਤੂੰ ਤੇ ਕਹਿੰਦੀ ਸੀ ਮੇਰੀ ਨੂੰਹ ਜੋਤ ਤੇ ਅੱਜ ਉਹਦੇ ਖਿਲਾਫ ਬੋਲ ਰਿਹਾ। ਆਂਦੀ ਪੜਿਆ ਮੈਂ ਹੀ ਆਖਿਆ ਸੀ ਜੋਤ, ਤੇ ਮੈਨੂੰ ਕੀ ਪਤਾ ਸੀ ਭਾਂਬੜ ਬਣ ਕੇ ਮੱਛੀ। ਜੋਤ ਕਈ ਵਾਰੀ ਭਾਂਬੜ ਵੀ ਬਣ ਜਾਂਦੀ ਹੈ। ਬਾਹਰ ਦੀ ਸੁੰਦਰਤਾ ਸੁੰਦਰਤਾ ਨਹੀਂ, ਅਸਲੀ ਸੁੰਦਰਤਾ ਅੰਦਰ ਦੀ ਹੈ, ਮਾਨਸਿਕਤਾ ਦੀ। ਇਸ ਦੁਨੀਆ ਵਿੱਚ ਬੜੇ ਸੋਹਣੇ ਸੋਹਣੇ ਬੱਚੀਆਂ ਬੱਚੇ ਹੁੰਦੇ ਨੇ। ਸੁੰਦਰ ਬੱਚੀ ਵੇਖ ਕੇ, ਸੁੰਦਰ ਬੱਚਾ ਵੇਖ ਕੇ ਅਸੀਂ ਆਪਣੇ ਬੱਚਿਆਂ ਦੇ ਰਿਸ਼ਤੇ ਕਰਦੇ ਹਾਂ। ਪਰ ਕਈ ਵਾਰ ਦੇਖੋ ਅਫਸੋਸ ਨਾਲ ਕਹਿਣਾ ਪੈਂਦਾ ਕਿ 6 ਮਹੀਨੇ ਵੀ ਨਹੀਂ ਨਿਕਲਦੇ ਤੇ ਉਹਨਾਂ ਦੀ ਤਲਾਕ ਹੋ ਜਾਂਦੀ ਹੈ, ਆਪਸ ਦੇ ਵਿੱਚ ਗੜਬੜ ਹੋ ਜਾਂਦੀ ਹੈ। ਬੜੇ ਸੋਹਣੇ ਸੋਹਣੇ ਪਰਿਵਾਰ ਦੇ ਮੈਂਬਰ ਹੁੰਦੇ ਨੇ, ਆਪਸ ਦੇ ਅੰਦਰ ਲੜਦੇ ਝਗੜਦੇ, ਇੱਕ ਦੂਜੇ ਦੇ ਸਿਰ ਪਾੜੇ ਹੁੰਦੇ ਨੇ, ਨੱਕ ਸਜਾਏ ਹੁੰਦੇ ਨੇ। ਉਹ ਸੁੰਦਰਤਾ ਦਾ ਲਾਭ ਨਾ। ਤਾਂ ਅਸਲੀ ਸੁੰਦਰਤਾ ਮਨੁੱਖ ਦੀ ਹੈ ਮਾਨਸਿਕਤਾ ਦੀ ਸੁੰਦਰਤਾ, ਮੈਂਟੈਲਿਟੀ ਦੀ ਸੁੰਦਰਤਾ, ਵਿਚਾਰਾਂ ਦੀ ਸੁੰਦਰਤਾ, ਸਾਡੇ ਬਿਹੇਵੀਅਰ ਦੀ ਸੁੰਦਰਤਾ। ਇਸ ਸੰਸਾਰ ਦੇ ਅੰਦਰ ਕਿੰਨੇ ਸੋਹਣੇ ਸੋਹਣੇ ਮਨੁੱਖ ਨੇ, ਆਪਣੇ ਆਪ ਨੂੰ ਕਿੰਨਾ ਸ਼ਿੰਗਾਰਿਆ ਹੋਇਆ ਹੈ। ਸਭ ਤੋਂ ਜ਼ਿਆਦਾ ਸਾਮਾਨ ਮੇਕਅਪ ਦਾ ਵਿਕਦਾ ਹੈ, ਚਾਹੇ ਉਹ ਇਸਤਰੀਆਂ ਦਾ ਮੇਕਅਪ ਹੈ ਜਾਂ ਪੁਰਸ਼ਾਂ ਦਾ ਮੇਕਅਪ ਹੈ। ਮੇਕਅਪ ਦਾ ਸਮਾਨ, ਸਰੀਰ ਨੂੰ ਸ਼ਿੰਗਾਰਨ ਦਾ ਸਮਾਨ, ਸਭ ਤੋਂ ਜ਼ਿਆਦਾ ਕਰੀਮ ਪਾਊਡਰ ਵਗੈਰਾ ਵਿਕਦੇ ਨੇ। ਸਭ ਤੋਂ ਜ਼ਿਆਦਾ ਮੇਕਅਪ ਦਾ ਸਮਾਨ ਵਿਕਦਾ ਹੈ। ਆਪਣੇ ਆਪ ਨੂੰ ਬੰਦਾ ਸ਼ਿੰਗਾਰ ਕੇ ਬਾਹਰ ਬਾਜ਼ਾਰ ਵਿੱਚ ਨਿਕਲਦਾ ਹੈ। ਲੇਕਿਨ ਇਹ ਸਮਾਜ ਕਿੰਨਾ ਕੋਝਾ ਹੈ, ਸਮਾਜ ਕਿੰਨਾ ਕੋਝਾ ਹੈ। ਬੜੇ ਹਾਰ ਸ਼ਿੰਗਾਰ ਲਗਾਉਣ ਵਾਲਾ ਬੰਦਾ ਵੀ ਜੇ ਰਿਸ਼ਵਤ ਲੈਂਦਾ ਹੈ, ਹਾਰ ਸ਼ਿੰਗਾਰ ਲਗਾਉਣ ਵਾਲਾ ਬੰਦਾ ਵੀ ਜੇ ਕਿਸੇ ਪਦਾਰਥ ਵਿੱਚ ਮਿਲਾਵਟ ਕਰਦਾ ਹੈ, ਹਾਰ ਸ਼ਿੰਗਾਰ ਲਗਾਉਣ ਵਾਲਾ ਬੜਾ ਸੋਹਣਾ ਸੁਨੱਖਾ ਮਨੁੱਖ ਵੀ ਜੇ ਕਿਸੇ ਦੀ ਪ੍ਰੋਪਰਟੀ ਦਬਾਉਂਦਾ ਹੈ, ਤਾਂ ਕੀ ਉਹਦੀ ਸੁੰਦਰਤਾ ਪ੍ਰਵਾਨ ਹੈ? ਉਹਦੀ ਸੁੰਦਰਤਾ ਪ੍ਰਵਾਨ ਨਹੀਂ ਹੈ। ਗੁਰੂ ਜੀ ਨੇ ਸਾਨੂੰ ਪਾਵਨ ਬਾਣੀ ਵਿੱਚ ਗਾਈਡ ਕੀਤਾ ਹੈ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਅਸਲੀ ਸੋਹਣੇ ਸੁਨੱਖੇ ਮਨੁੱਖ ਉਹ ਨੇ ਜੋ ਗੁਰੂ ਦੀ ਸੰਗਤ ਵਿੱਚ ਬਹਿੰਦੇ ਨੇ, ਭਾਵ ਜੋ ਗੁਰੂ ਦੀ ਸ਼ਰਨ ਵਿੱਚ ਟਿਕੇ ਹੋਏ ਨੇ, ਜੋ ਸੱਚ ਦੇ ਰਾਹਾਂ ਦੇ ਪਾਂਧੀ ਨੇ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਜੋ ਸਚਿਆਰ ਨੇ। ਅਸਲੀ ਸੋਹਣੇ ਮਨੁੱਖ ਉਹ ਨੇ। ਉਹਨਾਂ ਸੋਹਣੇ ਮਨੁੱਖਾਂ ਕਰਕੇ ਸਮਾਜ ਸੋਹਣਾ ਹੋ ਸਕਦਾ ਹੈ।
ਸਮਾਜ ਸੁੰਦਰ ਹੋ ਸਕਦਾ ਹੈ, ਸਾਡੇ ਪਰਿਵਾਰ ਸੁੰਦਰ ਹੋ ਸਕਦੇ ਨੇ, ਸਾਡੇ ਰਿਸ਼ਤੇ ਸੁੰਦਰ ਹੋ ਸਕਦੇ ਨੇ, ਸਾਡਾ ਜੀਵਨ ਸੋਹਣਾ ਹੋ ਸਕਦਾ ਹੈ, ਸਾਡੇ ਜੀਵਨ ਵਿੱਚ ਖੁਸ਼ੀਆਂ ਆ ਸਕਦੀਆਂ ਨੇ, ਸਾਡਾ ਇਹ ਜੀਵਨ ਸ਼ਿੰਗਾਰਿਆ ਜਾ ਸਕਦਾ ਹੈ। ਤੇ ਉਹਦੇ ਵਾਸਤੇ ਕੀ ਜ਼ਰੂਰਤ ਹੈ? ਮਿਹਨਤ ਦੀ ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਦਾ ਮਤਲਬ ਮਿਹਨਤ। ਜਿੱਥੇ ਮਿਹਨਤ ਕੀਤੀ ਜਾਂਦੀ ਹੈ ਨਾ, ਉਹਦੀ ਜੋ ਬਨਾਵਟ ਹੈ ਮਿਹਨਤ ਦੀ, ਉਹ ਹੈ ਸੁੰਦਰਤਾ, ਉਹ ਹੈ ਸੁੰਦਰਤਾ। ਦੇਖੋ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਜਿਵੇਂ ਅਸੀਂ ਪਹਿਲਾਂ ਵੀ ਆਪ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ, ਜੇ ਕੋਈ ਡਾਕਟਰ ਬਣਿਆ ਹੈ ਤਾਂ ਉਹ ਮਿਹਨਤ ਕਰਕੇ ਬਣਿਆ ਹੈ, ਬਿਨਾਂ ਮਿਹਨਤ ਤੋਂ ਨਹੀਂ। ਉਹਨੇ 15 ਸਾਲ ਪਹਿਲਾਂ ਸਕੂਲ, ਕਾਲਜ, ਯੂਨੀਵਰਸਿਟੀ ਗਿਆ ਹੈ। ਜੇ ਉਹਨੇ MBBS ਦੀ ਡਿਗਰੀ ਕੀਤੀ ਤੇ 5 ਸਾਲ ਉਹਦੇ ਤੇ ਲਾਏ ਨੇ, MD ਦੀ ਡਿਗਰੀ ਕੀਤੀ 3-4 ਸਾਲ ਉਸ ਤੇ ਲਗਾਏ ਨੇ, MS ਦੀ ਕੀਤੀ, ਤਾਂ ਕਹਿਣ ਤੋਂ ਭਾਵ ਕਿ ਮਿਹਨਤ ਕੀਤੀ ਹੈ, ਉਸ ਮਿਹਨਤ ਨੇ ਉਸ ਨੂੰ ਬਣਾਇਆ ਹੈ। ਅਸੀਂ ਕਹਿੰਦੇ ਫਲਾਂ ਡਾਕਟਰ ਬਹੁਤ ਸਿਆਣਾ ਹੈ, ਤਾਂ ਉਹਦੇ ਕੋਲ ਤਜਰਬਾ ਹੈ, ਉਹਦੇ ਕੋਲ ਮਿਹਨਤ ਹੈ, ਲਗਨ ਦੇ ਨਾਲ ਮਿਹਨਤ ਕੀਤੀ ਹੈ। ਜੇ ਕੋਈ ਮਕਾਨ ਬੜਾ ਸੋਹਣਾ ਬਣਿਆ ਨਾ, ਡਿਜ਼ਾਈਨ ਬੜਾ ਸੋਹਣਾ ਹੈ, ਤਾਂ ਉਹਦੇ ਤੇ ਮਿਸਤਰੀ ਨੇ ਮਿਹਨਤ ਕੀਤੀ ਹੈ, ਉਹਦੀ ਮਿਹਨਤ ਹੈ। ਜੇ ਕੋਈ ਕੱਪੜੇ ਬੜੇ ਸੋਹਣੇ ਸੀਂਦਾ ਹੈ ਦਰਜੀ, ਤਾਂ ਇਹਦਾ ਮਤਲਬ ਉਹਦੀ ਮਿਹਨਤ ਹੈ। ਮਿਹਨਤ ਨੇ ਉਹਨੂੰ ਚੰਗਾ ਦਰਜੀ ਬਣਾਇਆ ਹੈ, ਮਿਹਨਤ ਨੇ ਚੰਗਾ ਮਿਸਤਰੀ ਬਣਾਇਆ ਹੈ, ਮਿਹਨਤ ਕਰਕੇ ਇੱਕ ਚੰਗਾ ਇੰਜੀਨੀਅਰ ਬਣਿਆ ਹੈ, ਮਿਹਨਤ ਕਰਕੇ ਚੰਗਾ ਡਾਕਟਰ ਬਣਿਆ ਹੈ, ਮਿਹਨਤ ਕਰਕੇ ਚੰਗਾ ਇੱਕ ਵਿਦਿਆਰਥੀ ਬਣਿਆ ਹੈ। ਜੇ ਕਿਸੇ ਦਾ ਪਰਿਵਾਰ ਬੜਾ ਚੰਗਾ ਹੈ ਨਾ, ਪਰਿਵਾਰ ਦੇ ਅੰਦਰ ਬੜੇ ਚੰਗੇ ਜੀ ਨੇ, ਆਪਸੀ ਤਾਲਮੇਲ ਹੈ, ਤਾਂ ਉਹਨਾਂ ਨੇ ਮਿਹਨਤ ਕੀਤੀ ਹੈ, ਚੰਗੀਆਂ ਆਦਤਾਂ ਪਾਈਆਂ ਨੇ, ਇੱਕ ਦੂਜੇ ਦੇ ਨਾਲ ਉਹਨਾਂ ਨੇ ਆਪਣਾ ਬਿਹੇਵੀਅਰ, ਆਪਣਾ ਮਿਲਵਰਤਨ ਸੋਹਣਾ ਰੱਖਿਆ ਹੈ, ਮਿਹਨਤ ਕੀਤੀ ਨਾ ਸ਼ੁਭ ਗੁਣ ਲਈ, ਤਾਂ ਉਹਨਾਂ ਦਾ ਪਰਿਵਾਰ ਸੋਹਣਾ ਹੈ, ਤਾਂ ਉਹਨਾਂ ਦਾ ਬੋਲ ਬਾਣੀ ਸੋਹਣੀ ਹੈ। ਤਾਂ ਗੱਲ ਹੈ ਮਿਹਨਤ ਦੀ। ਜੋ ਮਿਹਨਤ ਕਰੇਗਾ, ਮਿਹਨਤ ਦਾ ਫਲ ਸੁੰਦਰਤਾ ਦੇ ਰੂਪ ਦੇ ਵਿੱਚ ਆਏਗਾ। ਲੇਕਿਨ ਜੇ ਮਿਹਨਤ ਸਹੀ ਕੀਤੀ ਜਾਏ ਤਾਂ ਇੱਥੇ ਸੁੰਦਰਤਾ ਹੈ ਮਾਨਸਿਕਤਾ ਦੀ, ਮੈਂਟੈਲਿਟੀ ਦੀ, ਬੋਲਾਂ ਦੇ ਪਿੱਛੇ ਜੋ ਭਾਵਨਾ ਹੈ ਉਹਦੀ, ਕਿ ਤੁਹਾਡੀ ਭਾਵਨਾ ਕੀ ਹੈ, ਮੇਰੀ ਭਾਵਨਾ ਕੀ ਹੈ। ਹੁਣ 2 ਮਿੰਟ ਵਾਸਤੇ ਅਸੀਂ ਇਸ ਕਲਾਸ ਦੀ ਗੱਲ ਕਰੀਏ। ਮੈਂ ਕਲਾਸ ਲਗਾ ਰਿਹਾ ਹਾਂ, ਆਪ ਦੇ ਨਾਲ ਵਿਚਾਰ ਸਾਂਝੀ ਕਰ ਰਿਹਾ, ਤਾਂ ਇਸ ਵਿਚਾਰ ਸਾਂਝੀ ਕਰਨ ਦੀ ਵੈਲਿਊ ਨਹੀਂ ਹੈ ਕਿ ਮੈਂ ਆਪ ਨੂੰ ਟਾਈਮ ਦੇ ਰਿਹਾ, ਇਹਦੀ ਵੈਲਿਊ ਨਹੀਂ ਹੈ। ਵੈਲਿਊ ਇਹਦੇ ਪਿੱਛੇ ਭਾਵਨਾ ਕੀ ਹੈ, ਉਹਦੀ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਅਸਾਂ ਸਮਝਣਾ। ਮੇਰੀ ਭਾਵਨਾ ਇਹ ਵੀ ਹੋ ਸਕਦੀ ਹੈ ਕਿ ਚਲੋ ਹੁਣ ਇਹਨਾਂ ਨੇ ਵੀਰਾਂ ਨੇ ਕਹਿ ਦਿੱਤਾ ਹੈ ਤੇ ਇਹ ਸਿਆਪਾ ਕਰਨਾ ਹੀ ਪੈਣਾ। ਸਿਆਪਾ ਸ਼ਬਦ ਮੈਂ ਜਾਣ ਕੇ ਵਰਤ ਰਿਹਾ, ਯਾਨੀ ਇਹਨੂੰ ਮੈਂ ਜੰਜਾਲ ਵੀ ਸਮਝ ਸਕਦਾ। ਮੇਰੀ ਪਿੱਛੇ ਮੈਂਟੈਲਿਟੀ ਜੰਜਾਲ ਵਾਲੀ ਹੋ ਸਕਦੀ ਹੈ। ਦੂਜੀ ਮੇਰੀ ਮੈਂਟੈਲਿਟੀ ਇਹ ਹੋ ਸਕਦੀ ਹੈ ਵੀ ਚਲੋ ਵਿਹਲਾ ਵਾ, ਟਾਈਮ ਪਾਸ ਕਰਨਾ, ਟਾਈਮ ਪਾਸ ਕਰਿਆ। ਮੇਰੀ ਮੈਂਟੈਲਿਟੀ ਟਾਈਮ ਪਾਸ ਕਰਨ ਦੀ ਵੀ ਹੋ ਸਕਦੀ ਹੈ। ਤੀਜੀ ਮੇਰੀ ਮਾਨਸਿਕਤਾ ਇਹ ਵੀ ਹੋ ਸਕਦੀ ਹੈ ਕਿ ਮੈਂ ਇਮੋਸ਼ਨਲ ਬਲੈਕਮੇਲ ਕਰਾਂ ਇਹਨਾਂ ਵੀਰਾਂ ਭੈਣਾਂ ਨੂੰ। ਇਹ ਵੀ ਹੋ ਸਕਦੀ ਹੈ ਨਾ ਕਿ ਮੈਂ ਇਮੋਸ਼ਨਲ ਬਲੈਕਮੇਲ ਕਰਾਂ। ਮੇਰੀ ਸੋਚ ਇਹ ਵੀ ਹੋ ਸਕਦੀ ਹੈ ਇਸ ਕਲਾਸ ਦੇ ਪਿੱਛੇ ਕਿ ਮੈਂ ਆਪਣੀ ਵਿਦਵਤਾ ਵਿਖਾਵਾਂ ਤੇ ਸਾਰੇ ਕਹਿਣ ਵੀ ਹਾਂ ਬੜਾ ਸਿਆਣਾ ਭਾਈ, ਇਹ ਕਥਾ ਬੜੀ ਵਧੀਆ ਕਰਦਾ। ਮੇਰੀ ਸੋਚ ਇਹ ਵੀ ਹੋ ਸਕਦੀ। ਲੇਕਿਨ ਮੇਰੀ ਸੋਚ ਇਹ ਵੀ ਹੋ ਸਕਦੀ ਹੈ ਕਿ ਕਲਾਸ ਵਿੱਚ ਸਾਹਮਣੇ ਬੈਠੀਆਂ ਬੀਬੀਆਂ ਮੇਰੀਆਂ ਭੈਣਾਂ ਨੇ, ਜੋ ਵੀਰ ਬੈਠੇ ਨੇ ਉਹ ਮੇਰੇ ਭਰਾ ਨੇ। ਅਸੀਂ ਇੱਕ ਪਿਤਾ ਏਕਸ ਕੇ ਹਮ ਬਾਰਿਕ ਹਾਂ, ਤੇ ਮੇਰਾ ਫਰਜ਼ ਬਣਦਾ ਹੈ, ਜੋ ਮੈਨੂੰ ਗੁਰੂ ਦੀ ਸਿੱਖਿਆ ਮਿਲੀ ਹੈ, ਮੈਂ ਆਪਣੀਆਂ ਇਹਨਾਂ ਭੈਣਾਂ ਔਰ ਭਰਾਵਾਂ ਤੱਕ ਵੀ ਉਹ ਸਿੱਖਿਆ ਨੂੰ ਪਹੁੰਚਾਵਾਂ ਸਹੀ ਸੋਚ ਦੇ ਨਾਲ, ਤੇ ਇਹ ਵੀ ਗੁਰੂ ਦੀ ਪਾਵਨ ਬਾਣੀ ਦਾ ਆਨੰਦ ਮਾਣਨ, ਇਹ ਵੀ ਆਨੰਦ ਮਾਣਨ। ਇਹ ਮੈਂਟੈਲਿਟੀ ਵੀ ਹੋ ਸਕਦੀ ਹੈ। ਤਾਂ ਹੁਣ ਕਲਾਸ ਲਗਾਉਣ ਦੀ ਮਹਾਨਤਾ ਤੇ ਨਹੀਂ ਨਾ, ਟਾਈਮ ਲਗਾਉਣ ਦੀ ਮਹਾਨਤਾ ਤੇ ਨਹੀਂ ਨਾ ਕਿ ਮੈਂ 2 ਘੰਟੇ ਟਾਈਮ ਦੇ ਰਿਹਾ, ਇਹਦੀ ਤਾਂ ਕੋਈ ਮਹਾਨਤਾ ਨਹੀਂ। ਮਹਾਨਤਾ ਉਸ ਚੀਜ਼ ਦੀ ਹੈ ਜੋ ਮੇਰੀ ਇਹਦੇ ਪਿੱਛੇ ਸੋਚ ਕੰਮ ਕਰ ਰਹੀ ਹੈ। ਤਾਂ ਇਸ ਦੁਨੀਆ ਦੇ ਅੰਦਰ ਬੋਲਾਂ ਦੀ ਕੀਮਤ ਨਹੀਂ ਹੁੰਦੀ, ਕੰਮ ਦੀ ਕੀਮਤ ਨਹੀਂ ਹੁੰਦੀ। ਕੀਮਤ ਇਸ ਚੀਜ਼ ਦੀ ਹੁੰਦੀ ਹੈ ਕਿ ਉਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ, ਉਸ ਦੇ ਪਿੱਛੇ ਸੋਚ ਕੀ ਹੈ। ਜਿਵੇਂ ਅਸੀਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ, ਗੰਗੂ ਜਾ ਕੇ ਸੱਚ ਬੋਲ ਰਿਹਾ ਹੈ, ਤਾਂ ਉਹ ਸੱਚ ਦੀ ਵੈਲਿਊ ਨਹੀਂ ਹੈ।
ਵੈਲਿਊ ਇਹ ਹੈ ਕਿ ਉਹਦੇ ਪਿੱਛੇ ਭਾਵਨਾ ਕੀ ਹੈ, ਉਹਦਾ ਇਰਾਦਾ ਕੀ ਹੈ। ਉਹਦਾ ਇਰਾਦਾ ਇਹ ਹੀ ਹੈ ਨਾ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਤੇ ਮੈਂ ਇਨਾਮ ਲਵਾਂ ਸਰਕਾਰ ਵੱਲੋਂ ਰੱਖਿਆ। ਦੂਜੇ ਪਾਸੇ ਗਨੀ ਖਾਂ ਔਰ ਨਬੀ ਖਾਂ, ਉਹਨਾਂ ਦੀ ਭਾਵਨਾ ਕੀ ਹੈ। ਦੇਖੋ ਉਹਨਾਂ ਨੂੰ ਖਤਰਾ ਹੈ, ਜੇ ਕੱਲ ਨੂੰ ਪਤਾ ਲੱਗੇਗਾ ਕਿ ਇਹਨਾਂ ਝੂਠ ਬੋਲ ਕੇ ਇਹ ਬੋਲਿਆ ਹੈ ਤਾਂ ਸਰਕਾਰ ਉਹਨਾਂ ਨੂੰ ਫਾਂਸੀ ਵੀ ਦੇ ਸਕਦੀ ਹੈ, ਸਜ਼ਾਏ ਮੌਤ ਵੀ ਦੇ ਸਕਦੀ ਹੈ, ਘਰ ਘਾਟ ਉਹਨਾਂ ਦਾ ਜ਼ਬਤ ਕਰ ਸਕਦੀ ਹੈ। ਖਤਰਾ ਹੈ। ਗੰਗੂ ਨੂੰ ਖਤਰਾ ਕੋਈ ਨਹੀਂ, ਇਨਾਮ ਮਿਲ ਰਿਹਾ ਹੈ। ਉਹਨਾਂ ਨੂੰ ਖਤਰਾ ਹੈ, ਉਹ ਖਤਰਾ ਮੁੱਲ ਲੈ ਰਹੇ ਨੇ। ਪਰ ਉਹਨਾਂ ਦੀ ਭਾਵਨਾ ਕੀ ਹੈ? ਉਹਨਾਂ ਦੀ ਭਾਵਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਰੀਰ ਕਰਕੇ ਬਚਣਗੇ ਤਾਂ ਦੁਨੀਆ ਤੇ ਧਰਮ ਬਚੇਗਾ। ਗੁਰੂ ਗੋਬਿੰਦ ਸਿੰਘ ਜੀ ਬਚਣਗੇ ਤਾਂ ਦੁਨੀਆ ਤੇ ਕੋਈ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ ਬਚੇਗਾ। ਸਾਨੂੰ ਕੱਲ ਨੂੰ ਮੌਤ ਵੀ ਹੋ ਜਾਏ ਕੋਈ ਫਰਕ ਨਹੀਂ ਪੈਂਦਾ। ਭਾਵਨਾ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜ਼ਿੰਦਗੀ ਜੀਣ ਦੀ ਕੋਈ ਵੈਲਿਊ ਨਹੀਂ ਹੈ। ਸਾਡੀ ਜ਼ਿੰਦਗੀ ਦੀ ਵੈਲਿਊ ਨਹੀਂ ਹੈ। ਵੈਲਿਊ ਸਾਡੇ ਜੀਵਨ ਜੀਣ ਦੀ ਭਾਵਨਾ ਦੀ ਹੈ ਕਿ ਅਸੀਂ ਜੀ ਕਿਉਂ ਰਹੇ ਹਾਂ। ਸਾਡੀ ਭਾਵਨਾ ਕੀ ਹੈ? ਇੱਕ ਦੂਜੇ ਨਾਲ ਮਿਲਵਰਤਨ ਦੀ ਕੀਮਤ ਨਹੀਂ ਹੈ। ਕੀਮਤ ਇਸ ਚੀਜ਼ ਦੀ ਹੈ ਕਿ ਸਾਡੇ ਉਸ ਮਿਲਵਰਤਨ ਦੇ ਪਿੱਛੇ ਭਾਵਨਾ ਕੀ ਹੈ। ਉਹ ਸੁੰਦਰ ਹੋਣੀ ਚਾਹੀਦੀ ਹੈ। ਮੈਂਟੈਲਿਟੀ ਸੁੰਦਰ ਹੋਣੀ ਚਾਹੀਦੀ। ਅਸਲੀ ਸੁੰਦਰਤਾ ਉਹ ਹੈ, ਅਸਲੀ ਸੋਹਣਾ ਉਹ ਹੈ। ਤਾਂ ਹੀ ਗੁਰੂ ਜੀ ਕਹਿੰਦੇ ਨੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਅਸਲੀ ਸੋਹਣੇ ਸੁਨੱਖੇ ਉਹ ਨੇ ਜੋ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਨੇ, ਜਿਨ੍ਹਾਂ ਦੀ ਮਾਨਸਿਕਤਾ ਸਚਿਆਰਤਾ ਵਾਲੀ ਹੈ, ਜਿਨ੍ਹਾਂ ਦੇ ਅੰਦਰ ਪਰਉਪਕਾਰ ਦੀ ਭਾਵਨਾ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ ਦਾ ਕਿੰਨਾ ਸੋਹਣਾ ਜੀਵਨ ਹੋਏਗਾ, ਕਿੰਨੀ ਸੁੰਦਰ ਸੋਚ ਹੈ ਕਿ ਆਪ ਦੇਗਾਂ ਦੇ ਵਿੱਚ ਉਬਲ ਕੇ ਦੁਨੀਆ ਨੂੰ ਸੁੱਖ ਦੇ ਗਏ। ਛੋਟੇ ਸਾਹਿਬਜ਼ਾਦਿਆਂ ਦੀ ਸੋਚ ਕਿੰਨੀ ਕੁ ਸੁੰਦਰ ਹੋਏਗੀ, ਕੋਈ ਬਿਆਨ ਕਰ ਸਕਦਾ ਹੈ? ਕਿ ਆਪ ਨੀਹਾਂ ਦੇ ਅੰਦਰ ਖਲੋ ਕੇ ਤੇ ਸਾਡੇ ਵਾਸਤੇ ਮਹਿਲ ਉਸਾਰ ਗਏ। ਬਾਬਾ ਬੰਦਾ ਸਿੰਘ ਬਹਾਦਰ ਦੀ ਮਾਨਸਿਕਤਾ ਕਿੰਨੀ ਸੋਹਣੀ ਹੋਵੇਗੀ ਕਿ ਆਪਣੇ ਬੱਚੇ ਦਾ ਸੀਨਾ ਪੜਵਾ ਕੇ, ਆਪਣੇ ਬੱਚੇ ਦਾ ਦਿਲ ਕਲੇਜਾ ਮੂੰਹ ਚ ਪਾ ਕੇ ਸ਼ਹੀਦੀ ਪਾ ਗਏ ਤੇ ਸਾਨੂੰ ਸੀਨਾ ਚੌੜਾ ਕਰਕੇ ਤੁਰਨ ਜੋਗੇ ਛੱਡ ਗਏ। ਇਹਨੂੰ ਕਹਿੰਦੇ ਨੇ ਸੁੰਦਰਤਾ। ਤਾਂ ਗੁਰੂ ਜੀ ਕਹਿੰਦੇ ਨੇ, ਸਰਮ ਖੰਡ ਕੀ ਬਾਣੀ ਰੂਪ। ਜੋ ਮਿਹਨਤ ਦਾ ਨਤੀਜਾ ਹੈ, ਉਹ ਮਿਹਨਤ ਦਾ ਨਤੀਜਾ ਹੈ ਰੂਪ, ਮਿਹਨਤ ਦਾ ਨਤੀਜਾ ਹੈ ਸੁੰਦਰਤਾ। ਇਸ ਲਈ ਜ਼ਿੰਦਗੀ ਦੇ ਅੰਦਰ ਮਿਹਨਤ ਕਰਨੀ ਹੈ, ਸੱਚ ਨੂੰ ਆਧਾਰ ਬਣਾ ਕੇ ਮਿਹਨਤ ਕਰਨੀ। ਔਰ ਮਿਹਨਤ ਆਪਣੇ ਆਪ ਨੂੰ, ਆਪਣੇ ਜੀਵਨ ਨੂੰ, ਇਸ ਸਮਾਜ ਨੂੰ ਸੋਹਣਾ ਔਰ ਸੁਚੱਜਾ ਬਣਾਉਣ ਵਾਸਤੇ ਕਰਨੀ ਹੈ। ਮਿਹਨਤ ਸਚਿਆਰ ਹੋਣ ਵਾਸਤੇ ਕਰਨੀ ਹੈ। ਜਦੋਂ ਅਸੀਂ ਮਿਹਨਤ ਕਰਾਂਗੇ ਤਾਂ ਸਾਡਾ ਜੀਵਨ ਸੁੰਦਰ ਹੋਏਗਾ, ਸਾਡੀ ਮਾਨਸਿਕਤਾ ਦੀ ਸੁੰਦਰਤਾ ਦੀ ਘਾੜਤ ਘੜੀ ਜਾਏਗੀ। ਤੇ ਮਿਹਨਤ ਅਸੀਂ ਕੀ ਕਰਨੀ ਹੈ? ਜੋ ਹੁਣ ਤੱਕ ਅਸੀਂ ਜਪਜੀ ਸਾਹਿਬ ਵਿੱਚ ਸੁਣ ਆਏ ਹਾਂ, ਮੂਲ ਮੰਤਰ ਵਿੱਚ ਜੋ ਅਸੀਂ ਗੁਣ ਸੁਣੇ ਨੇ, ਉਹਨਾਂ ਗੁਣਾਂ ਦੇ ਧਾਰਨੀ ਹੋਣ ਵਾਸਤੇ ਮਿਹਨਤ ਕਰਨੀ ਹੈ। ਇੱਥੇ ਮਿਹਨਤ ਕਰਨ ਵਾਸਤੇ ਇਹ ਨਹੀਂ ਪ੍ਰੇਰਿਆ ਜਾ ਰਿਹਾ ਕਿ ਤੁਸੀਂ ਮਾਲਾ ਫੇਰਨ ਦੀ ਮਿਹਨਤ ਕਰਨੀ ਹੈ। ਇੱਥੇ ਤੁਹਾਨੂੰ ਸਮਾਧੀਆਂ ਲਾਉਣ ਦੀ ਪ੍ਰੇਰਨਾ ਨਹੀਂ ਦਿੱਤੀ ਜਾ ਰਹੀ। ਸਮਾਧੀਆਂ ਦਾ ਪਹਿਲੀਆਂ ਪੰਕਤੀਆਂ 'ਚ ਹੀ ਗੁਰੂ ਜੀ ਨੇ ਖੰਡਨ ਕਰ ਦਿੱਤਾ ਹੈ। ਇੱਥੇ ਤੁਹਾਨੂੰ ਸੁਚਮਤਾ ਰੱਖਣ ਦੀ ਪ੍ਰੇਰਨਾ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਸਾਰਾ ਦਿਨ ਨਹਾਉਂਦੇ ਹੀ ਰਹਿਣਾ ਹੈ, ਤੀਰਥਾਂ ਤੇ ਫਿਰਨਾ ਹੈ। ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਵਿਖਾਵੇ ਦੀ ਪਾਠ ਪੂਜਾ ਦੀ ਤੁਹਾਨੂੰ ਨਹੀਂ ਦਿੱਤੀ ਜਾ ਰਹੀ ਸਿੱਖਿਆ। ਇੱਥੇ ਤਾਂ ਮਾਨਸਿਕਤਾ ਨੂੰ ਸੁੰਦਰ ਬਣਾਉਣ ਦੀ ਮਿਹਨਤ ਕਰਨੀ ਹੈ, ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਵਿੱਚ ਤੁਰਨ ਦੀ ਮਿਹਨਤ ਕਰਨੀ, ਸੱਚ ਬੋਲਣ ਦੀ, ਪਿਆਰ ਦੇ ਨਾਲ ਰਹਿਣ ਦੀ, ਤੇ ਉਹਦਾ ਨਤੀਜਾ ਜਿਹੜਾ ਹੈ, ਫਲ ਜਿਹੜਾ ਹੈ, ਉਹ ਵੀ ਸਾਨੂੰ ਮਿਲਣਾ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਨਾ, ਘਰੋਂ ਘਰ ਗਵਾਉਣਾ ਤੇ ਲੋਕਾਂ ਤੋਂ ਮੂਰਖ ਖਵਾਉਣਾ। ਆਪਣਾ ਘਰ ਗਵਾ ਕੇ ਲੋਕਾਂ ਤੋਂ ਮੂਰਖ ਖਵਾਉਂਦੇ ਆ ਨਾ। ਪਤੀ ਪਤਨੀ ਆਪਸ ਵਿੱਚ ਲੜ ਰਹੇ ਨੇ, ਨੁਕਸਾਨ ਕਰ ਰਹੇ ਨੇ, ਤੇ ਮੂਰਖ ਲੋਕਾਂ ਤੋਂ ਖਵਾ ਰਹੇ ਨੇ। ਬੜੇ ਬਦਤਮੀਜ਼ ਨੇ ਯਾਰ, ਸਾਰਾ ਦਿਨ ਲੜਦੇ ਰਹਿੰਦੇ ਨੇ, ਕਾਵਾਂ ਤਰ੍ਹਾਂ ਲੜਦੇ, ਕੁੱਤਿਆਂ ਤਰ੍ਹਾਂ ਲੜਦੇ ਨੇ। ਲੋਕ ਕਹਿੰਦੇ ਨੇ ਨਾ, ਲੜ ਰਹੇ ਆ ਤੇ ਲੋਕਾਂ ਤੋਂ ਨਮੋਸ਼ੀ ਦਾ ਮੂੰਹ, ਤੇ ਪ੍ਰੇਮ ਨਾਲ ਰਹਿ ਰਹੇ ਨੇ ਪਤੀ ਪਤਨੀ, ਖੁਸ਼ੀ ਨਾਲ ਜ਼ਿੰਦਗੀ ਜੀ ਰਹੇ ਨੇ, ਤੇ ਲੋਕਾਂ ਤੋਂ ਸਿਫਤ, ਬਈ ਫਲਾਂ ਬੰਦੇ ਨੇ, ਜੋੜੀ ਵੇਖੀਓ, ਬੜੇ ਪਿਆਰ ਦੇ ਨਾਲ ਰਹਿੰਦੇ ਨੇ। ਬੱਚੇ ਤੁਸੀਂ ਆਪਣੇ ਪਾਲ ਰਹੇ ਹੋ,
ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹੋ, ਤੁਹਾਡੇ ਚੰਗੀ ਸਿੱਖਿਆ ਦਿੱਤੇ ਹੋਏ ਬੱਚਿਆਂ ਨੇ ਸੁੱਖ ਤੁਹਾਨੂੰ ਦੇਣਾ ਹੈ, ਤੇ ਸਮਾਜ ਵਿੱਚੋਂ ਤੁਹਾਨੂੰ ਮਹਾਨਤਾ ਮਿਲੇਗੀ। ਯਾਰ ਫਲਾਂ ਬੰਦੇ ਨੇ, ਉਹਨਾਂ ਦੇ ਬੱਚੇ ਵੇਖੇ ਨੇ ਕਿੰਨੇ ਪਿਆਰ ਨਾਲ ਬੋਲਦੇ ਨੇ। ਜਦੋਂ ਕੋਈ ਬਜ਼ੁਰਗ ਮਿਲਦਾ ਹੈ ਗੋਡਿਆਂ ਨੂੰ ਹੱਥ ਲਾ ਕੇ ਮਿਲਦੇ ਨੇ, ਬੜੇ ਪਿਆਰ ਦੇ ਨਾਲ ਜੀ ਕਰਕੇ ਬੋਲਦੇ ਨੇ, ਬੜੇ ਆਗਿਆਕਾਰੀ ਨੇ, ਚਾਹ ਪਾਣੀ ਕਈ 1 ਮਿੰਟ ਚ ਫੜਾਉਂਦੇ ਨੇ। ਸਿਫਤ ਹੋਈ ਨਾ ਸਮਾਜ ਵੱਲੋਂ। ਤੇ ਅਸੀਂ ਪਿੰਡਾਂ ਵਿੱਚ ਬੱਚਿਆਂ ਨੂੰ ਕਹਿੰਦੇ ਆ, ਬੇਟਾ ਚਿੰਕੂ ਚਾਚਾ ਆਇਆ, ਚਾਚੇ ਨੂੰ ਗਾਲ ਕੱਢ ਕੇ ਵਿਖਾ। ਬੰਦਾ ਪੁੱਛੇ ਵੀ ਇਹ ਕਿਹੜੀ ਮਹਾਨਤਾ ਤੁਸੀਂ ਦੇ ਰਹੇ ਹੋ, ਤੇ ਵੱਡੇ ਹੋ ਕੇ ਫਿਰ ਪਿਓ ਨੂੰ ਗਾਲਾਂ ਕੱਢਦੇ ਨੇ, ਫਿਰ ਅਸੀਂ ਪਿੱਟਦੇ ਹਾਂ। ਇਸ ਲਈ ਮਿਹਨਤ ਚੰਗੇ ਕੰਮ ਵਾਸਤੇ ਕਰਨੀ, ਤੇ ਜਿਹੜੀ ਮਿਹਨਤ ਕਰਾਂਗੇ ਨਾ ਉਹਦਾ ਫਲ ਸਾਨੂੰ ਮਿਲੇਗਾ। ਜੇ ਅਸੀਂ ਆਪਣੇ ਬੋਲ ਸੁਧਾਰੀਏ, ਤੇ ਦੇਖੋ ਜੇ ਅਸੀਂ ਆਪਸ ਦੇ ਵਿੱਚ ਬੋਲ ਬਾਣੀ ਸੁਧਾਰੀਏ, ਗਾਲਾਂ ਕੱਢਣੀਆਂ ਛੱਡ ਦਈਏ, ਖਰਵਾ ਬੋਲਣਾ ਛੱਡ ਦਈਏ, ਪਿਆਰ ਨਾਲ ਇੱਕ ਦੂਜੇ ਨਾਲ ਬੋਲੀਏ, ਜੇ ਇਸ ਪਾਸੇ ਮਿਹਨਤ ਕਰੀਏ ਤੇ ਉਹਦਾ ਫਲ ਕਿਹਨੂੰ ਮਿਲੇਗਾ? ਸਾਨੂੰ ਨਾ। ਜੇ ਪਰਿਵਾਰ ਵਿੱਚ ਅਸੀਂ ਬਾਣੀ ਪੜਾਂਗੇ, ਬਾਣੀ ਵਿਚਾਰਾਂਗੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ, ਜੇ ਥੋੜੀ ਜਿਹੀ ਮਿਹਨਤ ਕਰ ਲਈਏ 5 ਮਿੰਟ ਡੇਲੀ, 5 ਮਿੰਟ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਇੱਕ ਸ਼ਬਦ ਦਾ ਮੀਨਿੰਗ ਡੇਲੀ ਪੜ੍ਹ ਲਓ, ਬੇਸ਼ੱਕ ਸਮਝ ਆਏ ਜਾਂ ਨਾ ਆਏ, 2-4 ਮਹੀਨੇ ਚ ਸਮਝ ਆਉਣਾ ਸ਼ੁਰੂ ਹੋ ਜਾਏਗਾ। ਤੇ 6 ਮਹੀਨੇ ਬਾਅਦ ਤੁਹਾਡਾ ਪਰਿਵਾਰ ਪੂਰਾ ਬਦਲ ਜਾਏਗਾ। ਪਰਿਵਾਰ ਵਿੱਚ ਇਕਸੁਰਤਾ ਆ ਜਾਏਗੀ, ਅੰਦਰਲੀ ਇਕਸਾਰਤਾ ਆ ਜਾਏਗੀ। ਪਰਿਵਾਰ ਚੋਂ ਬੱਚੇ ਕਦੇ ਦੂਰ ਨਹੀਂ ਜਾਣਗੇ, ਕਦੇ ਘਰ ਵਿੱਚ ਲੜਾਈ ਝਗੜਾ ਨਹੀਂ ਹੋਏਗਾ, ਪਰਿਵਾਰ ਵਿੱਚੋਂ ਸ਼ਰਾਬ ਨਸ਼ੇ ਆਪੇ ਹੀ ਨਿਕਲ ਜਾਣਗੇ। 5 ਮਿੰਟ ਲਾਇਆ, ਜੇ ਏਡਾ ਵੱਡਾ ਉਹਦਾ ਨਤੀਜਾ ਨਿਕਲਦਾ ਹੋਏ, ਤੇ ਕੀ ਸਾਨੂੰ 5 ਮਿੰਟ ਲਾਣੇ ਚਾਹੀਦੇ ਨੇ ਕਿ ਨਹੀਂ? ਤੇ ਜੇ ਫਿਰ ਵੀ ਨਾ ਲਾਈਏ, ਗੜਬੜ ਹੈ ਨਾ। ਮਿਹਨਤ ਤਾਂ ਕਰਨੀ ਪਵੇਗੀ। ਇਸ ਲਈ ਮਿਹਨਤ ਕਰੋ, ਮਿਹਨਤ ਕਰਨ ਵਾਸਤੇ ਪ੍ਰੇਰੋ। ਗੁਰੂ ਨਾਨਕ ਦੇਵ ਜੀ ਨੇ ਆਪ ਕਿਰਤ ਕੀਤੀ, ਆਪ ਦੁਕਾਨ ਚਲਾਉਂਦੇ ਰਹੇ, ਆਪਨੇ ਮੋਦੀ ਖਾਨਾ ਚਲਾਇਆ, ਆਪਨੇ ਪਿਛਲੀ ਉਮਰੇ ਫਿਰ ਖੇਤੀ ਕੀਤੀ, ਮੱਝਾਂ ਚਾਰਦੇ ਰਹੇ, ਪਿਤਾ ਦੇ ਨਾਲ ਸਹਿਯੋਗ ਕਰਦੇ ਰਹੇ, ਮਿਹਨਤ ਕੀਤੀ ਨਾ, ਕਿਰਤ। ਉਸ ਤੋਂ ਬਾਅਦ ਜੇ ਉਹਨਾਂ ਨੇ ਵੇਖਿਆ ਹੈ ਕਿ ਸੰਸਾਰ ਦੇ ਅੰਦਰ ਗੜਬੜ ਹੈ, ਸਾਰੀ ਜਲਦੀ ਬਲਦੀ ਪ੍ਰਿਥਵੀ ਉਹਨਾਂ ਨੂੰ ਨਜ਼ਰੀ ਪੈ ਰਹੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਸੰਸਾਰ ਵਿੱਚ ਅਫਰਾ ਤਫਰੀ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਮਿਹਨਤ ਕੀਤੀ ਹੈ ਨਾ। ਕਿੰਨਾ ਪੈਦਲ ਸਫ਼ਰ ਕੀਤਾ ਹੈ, ਅੱਜ ਤੱਕ ਇੰਨੀ ਯਾਤਰਾ ਪੈਦਲ ਕਿਸੇ ਨੇ ਨਹੀਂ ਕੀਤੀ ਦੁਨੀਆ 'ਚ। ਸਮਾਜ ਨੂੰ ਸੁਧਾਰਨ ਵਾਸਤੇ, ਸਮਾਜ ਨੂੰ ਚੰਗਾ ਬਣਾਉਣ ਲਈ, ਸੱਚ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਕਿੰਨੀ ਮਿਹਨਤ ਕੀਤੀ। ਤੇ ਅਸੀਂ ਕਹਿੰਦੇ ਆ ਸਾਡੇ ਬੱਚੇ ਵੀ ਨਹੀਂ ਸਾਡੇ ਆਖੇ ਲੱਗਦੇ। ਅਸੀਂ ਆਪਣੇ ਬੱਚਿਆਂ ਨੂੰ ਵੀ ਗੁਰਮਤ ਨਾਲ ਨਹੀਂ ਜੋੜ ਸਕੇ। ਅਸੀਂ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਲਈ ਵੀ ਗੁਰਦੁਆਰਿਆਂ ਸਾਹਿਬ ਵਿੱਚ ਭੇਜਦੇ ਹਾਂ। ਮੇਰਾ ਮਤਲਬ ਇਹ ਨਹੀਂ ਕਿ ਨਾ ਭੇਜੋ, ਪੰਜਾਬੀ ਤੇ ਤੁਸੀਂ ਸਿਖਾ ਸਕਦੇ ਹੋ ਯਾਰ ਘਰ ਆਪਣੇ, ਪਰ ਤੁਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲ ਕੇ ਰਾਜੀ ਨਹੀਂ। ਮੈਂ ਜਿੱਥੇ ਜਾਣਾ ਨਾ, ਕਿਸੇ ਦੇਸ਼ ਵਿੱਚ ਜਾਈਏ, ਲੋਕ ਕਹਿੰਦੇ ਨੇ ਭਾਈ ਜੀ ਇੱਥੇ ਬੱਚੇ ਨਾ ਪੰਜਾਬੀ ਨਹੀਂ ਸਮਝਦੇ, ਇੰਗਲਿਸ਼ ਬੋਲਣ ਵਾਲਾ ਕੋਈ ਪ੍ਰਚਾਰਕ ਚਾਹੀਦਾ। ਜਰਮਨ ਜਾਈਏ, ਉੱਥੇ ਕਹਿੰਦੇ ਨੇ ਭਾਈ ਜੀ ਇੱਥੇ ਨਾ ਪੰਜਾਬੀ ਨਹੀਂ ਸਮਝਦੇ, ਜਰਮਨ ਭਾਸ਼ਾ 'ਚ ਕੋਈ ਬੋਲੇ। ਥਾਈ 'ਚ ਜਾਈਏ, ਉੱਥੇ ਕਹਿੰਦੇ ਨੇ ਥਾਈ ਭਾਸ਼ਾ 'ਚ ਬੋਲੇ। ਯਾਨੀ ਇੱਕ ਪ੍ਰਚਾਰਕ 18 ਭਾਸ਼ਾ ਸਿੱਖੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਾ ਸਿਖਾਇਓ। ਪਿਓ ਦੇ ਪੁੱਤਰੋ, ਤੁਸੀਂ ਨਾ ਘਰ ਪੰਜਾਬੀ ਬੋਲਿਓ। ਜੇ ਤੁਸੀਂ ਆਪਣੇ ਘਰ ਪੰਜਾਬੀ ਬੋਲੋ ਤੇ ਕੀ ਲੋੜ ਇਹਨਾਂ ਜਫਰ ਜਾਲਨ ਦੀ। ਮੈਂ 2 ਮਿਸਾਲਾਂ ਆਪ ਦੇ ਸਾਹਮਣੇ ਰੱਖਣਾ ਚਾਹਾਂਗਾ ਜਿਹਦੇ ਤੋਂ ਸਾਨੂੰ ਨਾ ਇਹ ਮਿਹਨਤ ਕਰਨ ਦੀ ਜਾਚ ਆਏਗੀ। ਮੈਂ ਇੱਥੇ ਨਾਰਵੇ ਸੀ, ਉੱਥੇ ਸਾਡੇ ਫਰੈਂਡ ਨੇ, ਵੀਰ ਨੇ ਸਾਡੇ, ਭਾਈ ਬਲਦੇਵ ਸਿੰਘ, ਉਹਨਾਂ ਦੇ ਨਿੱਕੇ ਨਿੱਕੇ ਬੱਚੇ ਬਹੁਤ ਪਿਆਰੀ ਪੰਜਾਬੀ ਬੋਲਦੇ। ਹੁਣ ਤਾਂ ਉਹ ਵੱਡੇ ਹੋ ਗਏ ਨੇ, ਕਾਫੀ ਸਮਾਂ ਹੋ ਗਿਆ ਉੱਥੇ ਗਿਆ। ਤੇ ਮੈਂ ਕਿਹਾ ਵੀ ਇੰਨੀ ਪਿਆਰੀ ਪੰਜਾਬੀ ਕਿਵੇਂ ਬੋਲਦੇ ਨੇ? ਕਹਿਣ ਲੱਗੇ ਗਿਆਨੀ ਜੀ ਅਸੀਂ ਇੱਕ ਨਿਯਮ ਬਣਾਇਆ ਹੈ ਕਿ ਘਰ ਪੰਜਾਬੀ ਵਿੱਚ ਹੀ ਗੱਲ ਕਰਨੀ, ਤੇ ਇਹਨਾਂ ਬੱਚਿਆਂ ਵਾਸਤੇ ਇੱਕ ਪਨਿਸ਼ਮੈਂਟ ਰੱਖੀ ਹੈ ਜੇ ਇੱਕ ਸ਼ਬਦ ਵੀ ਨੌਰਵੀਜਨ ਦਾ ਇੰਗਲਿਸ਼ ਦਾ ਘਰ ਵਿੱਚ ਬੋਲਣ। ਤੇ ਪਨਿਸ਼ਮੈਂਟ ਕੀ ਹੈ ਕਿ ਜਿਹੜਾ ਬੱਚਾ ਇੱਕ ਸ਼ਬਦ ਇੰਗਲਿਸ਼ ਜਾਂ ਨੌਰਵੀਜਨ ਦਾ ਬੋਲੇਗਾ, ਉਹਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਨਾ, ਪਨਿਸ਼ਮੈਂਟ ਦੇ ਤੌਰ ਤੇ। ਉਹਨਾਂ ਨੂੰ ਹੁਣ ਬੋਲ ਬੋਲ ਕੇ ਤੇ ਪੰਜਾਬੀ ਉਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਯਾਦ ਹੋ ਗਈ, ਫਿਰ ਦੂਜੀ ਪਨਿਸ਼ਮੈਂਟ, ਤੀਜੀ ਦੀ, 20 22 ਪੌੜੀਆਂ। ਇੱਕ ਤਾਂ ਉਹਨਾਂ ਨੂੰ ਜਪਜੀ ਸਾਹਿਬ ਦੀਆਂ ਜ਼ਬਾਨੀ ਯਾਦ ਹੋ ਗਈਆਂ, ਤੇ ਨਾਲ ਉਹ ਪਿਓਰ ਪੰਜਾਬੀ ਬੋਲਦੇ। ਇੱਕ ਦਾ ਭੁਲੇਖੇ ਨਾਲ ਸ਼ਬਦ ਵਰਤਿਆ ਨਹੀਂ ਤੇ ਦੂਜਾ ਸ਼ਿਕਾਇਤ ਕਰਦਾ, ਚੱਲ ਵੀ ਕਰ ਪਾਠ। ਬਿਲਕੁਲ ਪਿਓਰ ਪੰਜਾਬੀ ਬੋਲਦੇ ਨੇ ਬੱਚੇ, ਤੇ ਉਹ ਘਰ ਦੇ ਵਿੱਚ ਦੂਜੀ ਭਾਸ਼ਾ ਬੋਲਦੇ ਹੀ ਨਹੀਂ। ਇੱਕ ਉੱਥੇ ਬਰਾੜ ਫੈਮਿਲੀ ਹੈ, ਉਹਨਾਂ ਦੇ ਘਰ ਗਿਆ ਤੇ ਦੋਵੇਂ ਨੌਜਵਾਨ ਗੁੱਡੀਆਂ ਬਹੁਤ ਵਧੀਆ ਪੰਜਾਬੀ ਬੋਲ ਰਹੀਆਂ ਸੀ।
मैं कहा वीर जी गुड्डियां कदों आईयां इंडिया तो कहने लगे इत्थों दा बॉर्न एक डॉक्टर इंजीनियर है ते मैं कहा इन्नी प्योर पंजाबी दा कारण कहने लगे असीं घर च नियम बनाया होया है कि इन्हां नाल पंजाबी विच ही गल करनी है बाहर जिथे जिहड़ी जिहड़ी मर्जी लैंगुएज वरतन घर विच पंजाबी बोलणगियां ते इन्हां दी सुनी जाएगी जे कहण ना मम्मी मैनूं अज पेन हो रही है सिर च मैनूं गोली दे ते मम्मी कहंदी मैनूं पेन दा ते पता ही नहीं पेन की सिर च पेन मैनूं नहीं पता ਉਹ ਜਦੋਂ ਸਿਰ ਪੀੜ ਕਹਿੰਦੀ ਹੈ ਤੇ ਗੋਲੀ ਦਿੰਦੇ ਆ ਸਮਝ ਗਿਆ ਨਾ ਗੱਲ ਤਾਂ ਬੜੀ ਵਧੀਆ ਪੰਜਾਬੀ ਬੋਲਦੇ ਤੇ ਕੀ ਅਸੀਂ ਨਹੀਂ ਐਵੇਂ ਕਰ ਸਕਦੇ ਪਰ ਅਸੀਂ ਮਿਹਨਤ ਕਰਾਂਗੇ ਤਾਂ ਹੈ ਨਾ ਹਰ ਕੰਮ ਤੇ ਮਿਹਨਤ ਕਰਨੀ ਪਵੇਗੀ ਫਿਰ ਸੁੰਦਰ ਜੀਵਨ ਨਿਕਲੇਗਾ ਸਰਮਖੰਡ ਕੀ ਬਾਣੀ ਰੂਪ ਇਸ ਲਈ ਮਿਹਨਤ ਕਰਨੀ ਹੈ ਤੇ ਮਿਹਨਤ ਕਰਨੀ ਹੈ ਸਹੀ ਦਿਸ਼ਾ ਦੇ ਅੰਦਰ ਕਿਸੇ ਇਮਾਰਤ ਦੇ ਉੱਤੇ ਪੌੜੀ ਤੇ ਚੜ੍ਹਨਾ ਹੈ ਨਾ ਤਾਂ ਪੌੜੀ ਦੀ ਲੋੜ ਪਵੇਗੀ ਨਾ ਤਾਂ ਹੀ ਤੁਸੀਂ ਕਿਸੇ ਇਮਾਰਤ ਤੇ ਚੜੋਗੇ ਪਰ ਪੌੜੀ ਲਾਉਣ ਤੋਂ ਪਹਿਲਾਂ ਇੱਕ ਚੀਜ਼ ਵੇਖ ਲੈਣਾ ਕਿ ਪੌੜੀ ਸਹੀ ਇਮਾਰਤ ਤੇ ਲੱਗੀ ਹੋਵੇ ਪੌੜੀ ਤੇ ਉੱਤੇ ਲੈ ਜਾਏਗੀ ਜੇ ਗਲਤ ਇਮਾਰਤ ਤੇ ਲਾਓਗੇ ਤੇ ਗਲਤ ਤੇ ਚੜ ਜਾਓਗੇ ਨਾ ਪੌੜੀ ਸਹੀ ਲੱਗੀ ਹੋਵੇ ਮਿਹਨਤ ਕਰਨੀ ਹੈ ਸਹੀ ਦਿਸ਼ਾ ਵਿੱਚ ਇਸ ਲਈ ਸਚਿਆਰ ਹੋਣ ਵਾਸਤੇ ਜੋ ਮਿਹਨਤ ਕਰੇਗਾ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਵਾਸਤੇ ਮਿਹਨਤ ਕਰੇਗਾ ਉਹਦੀ ਮਿਹਨਤ ਨਿਰਰਥਕ ਨਹੀਂ ਜਾਏਗੀ ਗੁਰਦੇਵ ਦਾ ਪਾਵਨ ਬਾਣੀ ਵਿੱਚ ਬਚਨ ਹੈ ਇੱਕ ਤਿਲ ਨਹੀਂ ਭੰਨੈ ਘਾਲਿਆ ਇੱਕ ਤਿਲ ਜਿੰਨੀ ਵੀ ਜੇ ਘਾਲੋਗੇ ਨਾ ਮਿਹਨਤ ਕਰੋਗੇ ਤੇ ਉਹ ਵਿਅਰਥ ਨਹੀਂ ਜਾਏਗੀ ਉਹਦਾ ਫਲ ਜ਼ਰੂਰ ਮਿਲੇਗਾ ਭਾਵੇਂ ਚੰਗੇ ਪਾਸੇ ਕਰੋ ਭਾਵੇਂ ਮਾੜੇ ਪਾਸੇ ਕਰੋ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਜੇ ਝੂਠ ਬੋਲੋਗੇ ਤੇ ਜਿੰਨਾ ਕੁ ਝੂਠ ਬੋਲੋਗੇ ਉਹਦਾ ਫਲ ਮਿਲ ਜਾਣਾ ਗਲਤ ਫਲ ਉਹਦਾ ਮਿਲੇਗਾ ਰਿਜ਼ਲਟ ਗਲਤ ਨਿਕਲੇਗਾ ਸੱਚ ਬੋਲੋਗੇ ਸੱਚ ਦਾ ਫਲ ਮਿਲੇਗਾ ਪ੍ਰੇਮ ਦੇ ਨਾਲ ਰਹੋਗੇ ਤੇ ਪ੍ਰੇਮ ਦਾ ਫਲ ਮਿਲੇਗਾ ਜੇ ਕਿਸੇ ਨਾਲ ਈਰਖਾ ਕਰੋਗੇ ਤੇ ਈਰਖਾ ਦਾ ਫਲ ਵੀ ਜ਼ਰੂਰ ਮਿਲੇਗਾ ਜਿਹੜੀ ਜਿਵੇਂ ਦੀ ਕੋਈ ਮਿਹਨਤ ਕਰੇਗਾ ਉਹ ਮਿਹਨਤ ਵਿਅਰਥ ਨਹੀਂ ਜਾਏਗੀ ਉਹਦਾ ਫਲ ਮਿਲੇਗਾ ਝੂਠ ਬੋਲਣਾ ਸ਼ੁਰੂ ਕਰ ਦੋ ਫਲ ਮਿਲਣਾ ਸ਼ੁਰੂ ਹੋ ਜਾਏਗਾ ਅੰਦਰ ਸੰਸਕਾਰ ਬਣਨੇ ਸ਼ੁਰੂ ਹੋ ਜਾਣਗੇ ਝੂਠ ਬੋਲਣ ਦੀ ਆਦਤ ਪੈ ਜਾਏਗੀ ਤੇ ਸਾਰੀ ਜ਼ਿੰਦਗੀ ਝੂਠ ਬੋਲ ਬੋਲ ਕੇ ਦੁਖੀ ਹੋ ਸੱਚ ਬੋਲਣ ਦੀ ਕਰੋਗੇ ਪ੍ਰੈਕਟਿਸ ਸੱਚ ਇਸ ਲਈ ਚੰਗੇ ਪਾਸੇ ਕਰੋ ਮਿਹਨਤ ਜੇ ਬੋਲਣਾ ਹੈ ਪ੍ਰੇਮ ਨਾਲ ਬੋਲੋ ਵੇਖਣਾ ਹੈ ਪਿਆਰ ਨਾਲ ਵੇਖੋ ਕਰਨਾ ਹੈ ਹੱਥਾਂ ਨਾਲ ਕੰਮ ਦਸਾਂ ਨਵਾਂ ਦੀ ਕਿਰਤ ਕਰੋ ਪੈਰਾਂ ਨਾਲ ਤੁਰਨਾ ਹੈ ਸਿੱਧੇ ਰਾਹਾਂ ਤੇ ਤੁਰੋ ਸੋਚਣਾ ਹੈ ਤੇ ਫਿਰ ਪੋਜ਼ਿਟਿਵ ਸੋਚੋ ਸਿੰਪਲ ਗੱਲ ਹੈ ਇਸ ਲਈ ਗੁਰੂ ਜੀ ਕਹਿੰਦੇ ਨੇ ਸਰਮਖੰਡ ਕੀ ਬਾਣੀ ਰੂਪ ਜਦੋਂ ਬੰਦਾ ਮਿਹਨਤ ਕਰਦਾ ਹੈ ਨਾ ਬਾਣੀ ਦੇ ਰਾਹ ਤੇ ਤੁਰਦਾ ਹੈ ਹੁਕਮੀ ਹੁਕਮ ਰਜ਼ਾਈ ਦੇ ਅੰਦਰ ਤੁਰਨ ਦੀ ਮਿਹਨਤ ਕਰਦਾ ਹੈ ਫਿਰ ਇਹਦੇ ਜੀਵਨ ਦੇ ਅੰਦਰ ਸੁੰਦਰ ਘਾੜਤ ਘੜੀ ਜਾਂਦੀ ਕੀ ਘੜਿਆ ਜਾਂਦਾ ਹੈ ਕਿੱਥੇ ਘਾੜਤ ਘੜੀਏ ਬਹੁਤ ਅਨੂਪ ਅਨੂਪ ਦਾ ਮਤਲਬ ਅਨੁਪਮ ਅਨਊਪ ਜਿਹਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ ਵੰਡਰਫੁਲ ਅਨੂਪ ਦਾ ਮਤਲਬ ਉਪਮਾ ਰਹਿਤ ਇੰਨੀ ਸੁੰਦਰ ਘਾੜਤ ਘੜੀ ਜਾਂਦੀ ਹੈ ਕਿ ਉਹਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ ਉਹਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਬੰਦੇ ਵਰਗਾ ਇੰਨੀ ਸੁੰਦਰ ਉਹਦੀ ਘਾੜਤ ਘੜੀ ਜਾਂਦੀ ਹੈ ਹੁਣ ਭਾਈ ਮਤੀ ਦਾਸ ਦੀ ਉਪਮਾ ਕਿਹਨੂੰ ਦਿਓਗੇ ਅੱਜ ਦੀ ਦੁਨੀਆ ਵਿੱਚ ਜਿਹੜੇ ਆ ਜ਼ਿੰਦਗੀ ਸਾਡੇ ਵਰਗੇ ਜੀ ਰਹੇ ਨੇ ਅਸੀਂ ਕਹਿ ਸਕਦੇ ਹਾਂ ਵੀ ਮਤੀ ਦਾਸ ਫਲਾਂ ਬੰਦੇ ਵਰਗਾ ਸੀ ਨਹੀਂ ਨਾ ਕਰ ਸਕਦੇ ਉਪਮਾ ਕਿਉਂਕਿ ਸਾਡੇ ਵਰਗੇ ਆਰੇ ਨਾਲ ਥੋੜੀ ਚਿਰੇ ਨੇ ਝੂਠ ਬੋਲਣ ਵਾਲੇ ਬੰਦੇ ਦੀ ਉਪਮਾ ਤੁਲਨਾ ਭਾਈ ਮਤੀ ਦਾਸ ਨਾਲ ਕੀਤੀ ਜਾ ਸਕਦੀ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ ਉਹਨਾਂ ਦੀ ਉਪਮਾ ਕਿਸ ਨਾਲ ਦਿੱਤੀ ਹੀ ਨਹੀਂ ਜਾ ਸਕਦੀ ਇੰਨਾ ਉਹ ਮਹਾਨ ਬੰਦਾ ਹੋ ਜਾਂਦਾ ਹੈ ਜੋ ਹੁਕਮ ਰਜ਼ਾਈ ਚੱਲਦਾ ਹੈ ਜੋ ਰੱਬੀ ਰਜ਼ਾ ਵਿੱਚ ਤੁਰਨ ਦੀ ਮਿਹਨਤ ਕਰਦਾ ਹੈ ਉਹਦੀ ਇੰਨੀ ਸੁੰਦਰ ਘਾੜਤ ਘੜੀ ਜਾਂਦੀ ਹੈ ਇਸ ਲਈ ਅਸੀਂ ਸਾਰਾ ਯਤਨ ਕਿੱਥੇ ਕਰਨਾ ਹੈ ਹੁਕਮ ਰਜ਼ਾਈ ਚੱਲਣਾ ਰੱਬੀ ਰਜ਼ਾ ਦੇ ਅੰਦਰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਵਾਂਗੇ ਤਾਂ ਮਾਨਸਿਕਤਾ ਚੰਗੀ ਕਰੀ ਜਾਏਗੀ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਇੱਥੇ ਕੀਆ ਨਹੀਂ ਪੜਨਾ ਕੀਆਂ ਗਲਾ ਨਹੀਂ ਪੜਨਾ ਜਿਵੇਂ ਗਲਾ ਲਿਖਿਆ ਹੈ ਇਹਨੂੰ ਪੜਾਂਗੇ ਗੱਲਾਂ ਕਥੀਆਂ ਬਿੰਦੀ ਲਗਾ ਕੇ ਨਾ ਜਾਹੇ ਕਿਉਂਕਿ ਜਦੋਂ ਵੀ ਕਿਰਿਆਵਾਚੀ ਹਾਹੇ ਨਾਲ ਸਿਹਾਰੀ ਹੋਏਗੀ ਉਹ ਬਹੁਵਚਨੀ ਸ਼ਬਦ ਹੋਏਗਾ ਬਿੰਦੀ ਲਗਾ ਕੇ ਪਾਠ ਕਰਾਂਗੇ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ
ਜਿਹੜਾ ਸਚਿਆਰ ਹੋਣ ਵਾਸਤੇ ਮਿਹਨਤ ਕਰਦਾ ਹੈ, ਹੁਕਮ ਰਜ਼ਾਈ ਚੱਲਣ ਦੀ ਮਿਹਨਤ ਕਰਦਾ ਹੈ, ਉਹਦੇ ਜੀਵਨ ਦੀ ਘਾੜਤ ਬੜੀ ਸੁੰਦਰ ਘੜੀ ਜਾਂਦੀ ਹੈ, ਉਹਦੀ ਮਾਨਸਿਕਤਾ ਬੜੀ ਮਹਾਨ ਹੋ ਜਾਂਦੀ ਹੈ, ਉਹਦੀਆਂ ਗੱਲਾਂ ਕਹੀਆਂ ਨਹੀਂ ਜਾਂਦੀਆਂ, ਉਹਦੀ ਉਪਮਾ ਕਹੀ ਨਹੀਂ ਜਾਂਦੀ, ਉਹਦੀ ਉਪਮਾ ਕਥਨ ਕਹਿਣ ਤੋਂ ਪਰੇ ਹੁੰਦੀ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਉਸ ਬੰਦੇ ਬਾਰੇ ਕਹਿਣ ਦਾ ਯਤਨ ਕਰੇ ਤਾਂ ਉਹਨੂੰ ਪਛਤਾਣਾ ਪੈਂਦਾ, ਪੱਲੇ ਪਛਤਾਵਾ ਪੈਂਦਾ। ਕਿਉਂ ਪਛਤਾਵਾ ਪੈਂਦਾ? ਕਿਉਂਕਿ ਉਹਦੀ ਸਾਰੀ ਉਪਮਾ ਹੋ ਹੀ ਨਹੀਂ ਸਕਦੀ। ਪਛਤਾਣਾ ਪਵੇਗਾ ਕਿ ਮੈਂ ਕਹਿ ਨਹੀਂ ਸਕਿਆ। ਜੇ ਕੋਈ ਕਹੇਗਾ ਤੇ ਉਹਨੂੰ ਪਛਤਾਵਾ ਹੋਏਗਾ, ਪਛਤਾਣਾ ਪਵੇਗਾ। ਨਿੱਕੀ ਜੀ ਸਿੰਪਲ ਜੀ ਮੈਂ ਇੱਕ ਨਿੱਕੀ ਜੀ ਮਿਸਾਲ ਦਿਆਂ ਇਤਿਹਾਸ ਵਿੱਚੋਂ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਲਕ ਭਾਗੋ ਬੁਲਾ ਰਿਹਾ ਘਰ ਕਿ ਇੰਨੇ ਲੋਕ ਆਏ ਨੇ ਤੇ ਉਹ ਨਾਨਕ ਫਕੀਰ ਕਿਉਂ ਨਹੀਂ ਆਇਆ, ਉਹ ਕਿਉਂ ਨਹੀਂ ਆਇਆ ਮੇਰੇ ਘਰ ਵਿੱਚ, ਬੁਲਾ ਕੇ ਲਿਆਓ। ਗੁਰੂ ਨਾਨਕ ਦੇਵ ਜੀ ਕੋਲ ਜਾਂਦੇ ਨੇ ਤੇ ਉਹਨਾਂ ਇਨਕਾਰ ਕਰਦੇ ਨੇ ਕਿ ਮੈਂ ਨਹੀਂ ਜਾਣਾ, ਮੇਰਾ ਕੋਈ ਲੈਣਾ ਦੇਣਾ ਨਹੀਂ। ਪਰ ਜਦੋਂ ਬਾਰ-ਬਾਰ ਬੁਲਾਇਆ ਜਾਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਪਹੁੰਚਦੇ ਨੇ ਤੇ ਮਲਕ ਭਾਗੋ ਆਪਣੀ ਵਡਿਆਈ ਕਰਦਾ ਹੈ ਕਿ ਇਹ ਬਾਬਾ ਤੂੰ ਜਿਸ ਦੇ ਘਰ ਵਿੱਚ ਬੈਠਾ ਹੈ, ਨਾ ਉੱਥੇ ਕੋਈ ਚੰਗਾ ਮੰਜਾ ਹੋਣਾ ਬਿਸਤਰਾ ਸੌਣ ਲਈ, ਨਾ ਕੋਈ ਖਾਣ ਪਾਣ ਵਾਸਤੇ ਚੰਗੇ ਪਦਾਰਥ ਹੋਣਗੇ। ਆ ਦੇਖ ਮੇਰੇ ਮਹਿਲ ਜਿਨ੍ਹਾਂ ਨੂੰ ਤੂੰ ਠੁਕਰਾਇਆ ਹੈ, ਆ ਦੇਖ ਮੇਰੇ ਘਰਾਂ ਦੇ ਵਿੱਚ ਰਹਿਣ ਵਾਲੇ ਚੰਗੇ ਚੰਗੇ ਮਖਮਲੀ ਗਦੇਲੇ, ਦੇਸੀ ਘਿਓ ਦੇ ਵਿੱਚ ਤੜੇ ਹੋਏ ਪੂੜੇ, ਦੇਸੀ ਘਿਓ ਦੇ ਵਿੱਚ ਤਲੀਆਂ ਜਲੇਬੀਆਂ, ਇੱਥੇ ਆ ਦੇਖ ਮਟਰ ਪਨੀਰ, ਇੱਥੇ ਦੇਖ ਆ ਰਾਇਤਾ ਤੇ ਫਲਾਂਟਿੰਗ, ਕਿੰਨਾ ਕੁਛ 36 ਕਿਸਮ ਦੇ ਭੋਜਨ। ਤੇ ਲਾਲੋ ਦੇ ਘਰ ਕੀ ਹੈ? ਤੇ ਜਦੋਂ ਉਹਨੇ ਭਾਈ ਲਾਲੋ ਬਾਰੇ ਕਿਹਾ ਨਾ, ਆਪਣਾ ਹੰਕਾਰ ਵਿਖਾਇਆ, ਭਾਈ ਲਾਲੋ ਦੀ ਜਿਸ ਦੀ ਬੜੀ ਸੁੰਦਰ ਮਾਨਸਿਕ ਘਾੜਤ ਘੜੀ ਹੈ, ਜਿਹਨੇ ਸੱਚ ਵਾਸਤੇ ਮਿਹਨਤ ਕੀਤੀ ਹੈ, ਆਪਣਾ ਸਮਰਪਣ ਕੀਤਾ ਹੈ। ਤੇ ਗੁਰੂ ਨਾਨਕ ਦੇਵ ਨੇ ਜਦੋਂ ਕਿਹਾ ਨਾ, ਮਲਕ ਭਾਗੋ ਇਹ ਦੇਸੀ ਘਿਓ ਵਿੱਚ ਤਲੇ ਪੂੜੇ ਨਹੀਂ, ਇਹ ਜਨਤਾ ਦੇ ਖੂਨ ਵਿੱਚ ਤਲੇ ਹੋਏ ਪੂੜੇ ਨੇ। ਲੋਕਾਂ ਦਾ, ਕਿਸਾਨਾਂ ਦਾ ਲੁੱਟਿਆ ਹੋਇਆ ਅਨਾਜ, ਦਿਹਾੜੀਦਾਰਾਂ ਦੀਆਂ ਖਾਧੀਆਂ ਦਿਹਾੜੀਆਂ, ਲੋਕਾਂ ਤੋਂ ਲਈ ਹੋਈ ਰਿਸ਼ਵਤ, ਜ਼ੁਲਮ ਔਰ ਦੇ ਨਾਲ ਕਮਾਇਆ ਹੋਇਆ ਇਹ ਧਨ, ਇਹ ਤੇਰਾ ਦੇਸੀ ਘਿਓ ਨਹੀਂ, ਇਹ ਗਰੀਬਾਂ ਦਾ ਖੂਨ ਹੈ। ਤੇ ਜਿਹਨੂੰ ਤੂੰ ਕਹਿ ਰਿਹਾ ਹੈ ਭਾਈ ਲਾਲੋ ਬਾਰੇ, ਭਲਿਆ ਸੱਚ ਦਾ ਪੁਜਾਰੀ, ਸੱਚ ਦੇ ਵਿੱਚ ਸਮਾਇਆ ਹੋਇਆ ਸੱਚ ਦਾ ਰੂਪ, ਸੱਚੀ ਸੁੱਚੀ ਕਿਰਤ ਕਰਕੇ ਲੋਕਾਂ ਦੀ ਹੈਲਪ ਕਰਨ ਵਾਲਾ ਬੰਦਾ, ਉਹਦੇ ਘਰ ਦਾ ਕੋਦਰੇ ਦਾ ਪ੍ਰਸ਼ਾਦਾ ਵੀ ਅੰਮ੍ਰਿਤ ਹੈ ਤੇ ਤੇਰੇ ਆ ਪੂੜੇ ਵੀ ਜ਼ਹਿਰ ਨੇ। ਜਨਤਾ ਦੇ ਸਾਹਮਣੇ ਪਰਦੇ ਫਾਸ਼ ਹੋਏ, ਪਛਤਾਣਾ ਪਿਆ, ਮੁਆਫੀ ਮੰਗੀ ਨਾ ਕਿ ਮੈਂ ਇੱਕ ਐਸੇ ਇਨਸਾਨ ਬਾਰੇ ਕਹਿ ਸਕਿਆ। ਤਾਂ ਜੇ ਕੋਈ ਸੱਚੇ ਸੁੱਚੇ ਇਨਸਾਨ ਦੀ ਜੋ ਸਚਿਆਰ ਬਣਨ ਵਾਸਤੇ ਮਿਹਨਤ ਕਰ ਰਿਹਾ ਹੈ, ਉਹਦੇ ਬਾਰੇ ਕਹਿਣ ਦਾ ਯਤਨ ਕਰੇ ਤਾਂ ਉਹਨੂੰ ਪਛਤਾਵਾ ਹੋਏਗਾ, ਕਹਿ ਨਹੀਂ ਪਾਏਗਾ ਉਹਦੀ ਮਨ। ਇਸ ਚੀਜ਼ ਨੂੰ ਅਸੀਂ ਕਹਿ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ, ਮਾਣ ਸਕਦੇ ਹਾਂ। ਹੁਣ ਉੱਥੇ ਘੜਿਆ ਕੀ ਜਾਂਦਾ ਹੈ ਇਸ ਅਵਸਥਾ ਵਿੱਚ, ਜਦੋਂ ਮਿਹਨਤ ਕਰਦਾ ਨਾ ਬੰਦਾ, ਕੀ ਕੀ ਘੜਿਆ ਜਾਂਦਾ ਹੈ? ਇੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਇਸ ਪੰਕਤੀ ਦੇ ਅਰਥ ਦੋ ਤਰ੍ਹਾਂ ਵਿਦਵਾਨਾਂ ਨੇ ਕੀਤੇ ਨੇ। ਇੱਕ ਤੇ ਕੀਤਾ ਹੈ ਕਿ ਉੱਥੇ ਇਸ ਅਵਸਥਾ ਵਿੱਚ ਜਦੋਂ ਬੰਦਾ ਮਿਹਨਤ ਕਰਦਾ ਹੈ ਨਾ, ਤੇ ਮਤ ਦੇ ਅੰਦਰ ਉੱਥੇ ਇੱਕ ਤਾਂ ਸੁਰਤ ਘੜੀ ਜਾਂਦੀ ਹੈ, ਸੁਰਤ ਵਿੱਚ ਖੰਡਾ ਨਹੀਂ ਰਹਿੰਦਾ, ਸੁਰਤ ਟਿਕ ਜਾਂਦੀ ਹੈ, ਧਿਆਨ ਟਿਕਦਾ। ਮਨ ਦੇ ਨੰਨੇ ਨਾਲ ਸਿਹਾਰੀ ਹੈ ਮਨ ਵਿੱਚ, ਤੇ ਮਤ ਦੇ ਤੱਤੇ ਨਾਲ ਸਿਹਾਰੀ ਹੈ ਮਤ ਵਿੱਚ। ਬੁੱਧ ਦਾ ਮਤਲਬ ਬੁੱਧੀ, ਜਾਗਰਤੀ, ਯਾਨੀ ਉਹਦੇ ਮਨ ਵਿੱਚ ਔਰ ਮਤ ਦੇ ਅੰਦਰ ਜਾਗਰਤ ਘੜੀ ਜਾਂਦੀ ਹੈ, ਜਾਗਰਤ ਪੈਦਾ ਹੋ ਜਾਂਦੀ ਹੈ। ਯਾਨੀ ਮਤ ਦੇ ਅੰਦਰ ਐਸਾ ਬਲ ਪੈਦਾ ਹੋ ਜਾਂਦਾ ਹੈ ਕਿ ਉਹ ਠੀਕ ਔਰ ਗਲਤ ਦਾ ਨਿਰਣਾ ਕਰ ਲੈਂਦਾ ਹੈ, ਤੇ ਮਨ ਉਹਦਾ ਜਾਗਰਤ ਹੋ ਜਾਂਦਾ ਹੈ, ਭਾਵ ਕਿ ਉਹਦੇ ਮਨ ਦੇ ਅੰਦਰ ਮਾੜੇ ਵਿਚਾਰ ਨਹੀਂ ਆਉਂਦੇ, ਤੇ ਉਹਦੀ ਸੁਰਤ ਰੱਬੀ ਗੁਣਾਂ ਨਾਲ, ਰੱਬੀ ਰਜ਼ਾ ਦੇ ਅੰਦਰ ਟਿਕ ਜਾਂਦੀ ਹੈ। ਇੱਕ ਅਰਥ ਤਾਂ ਇਹ ਕੀਤੇ। ਭਾਈ ਕਾਹਨ ਸਿੰਘ ਨਾਭਾ ਇਹਨਾਂ ਚਾਰ ਚੀਜ਼ਾਂ ਨੂੰ ਚਾਰ ਅਲੱਗ-ਅਲੱਗ ਚੀਜ਼ਾਂ ਮੰਨਦਾ ਹੈ।
तिथे घड़िए सुरत मत मन बुद्ध। उन्होंने सुरत का अर्थ किया है चित्त, और मत का अर्थ किया है अहं, मन का अर्थ मन ही है, ते बुद्ध का अर्थ बुद्ध ही है। क्योंकि साडे दिमाग दियां 4 एक्टिविटीज ने, मत, मन, चित्त और हंकार, अहंग, ये 4 एक्टिविटीज ने। मन की है? मन शरीर का कोई अंग नहीं है। मन ब्रेन दी, दिमाग दी उस एक्टिविटी का नाम है जिथों विचार पैदा हुंदे ने, चंगे माड़े विचार पैदा हुंदे ने, उस एक्टिविटी नूं मन कहंदे ने। ते चित्त साडे दिमाग दी उस एक्टिविटी का नाम है जिथे हर चीज नूं चेते रखिया जांदा है। ते अहं जां ईगो साडे दिमाग दी उस एक्टिविटी का नाम है जिस तरह ही असी एक दूजे के अंदर वखरेवा महसूस करते हैं। और बुद्ध या बुद्धि दिमाग की उस एक्टिविटी का नाम है जिस तरह ही असी ठीक और गलत का निर्णय करते हैं। तो गुरु साहब जी कहते ने कि जदों बंदा मेहनत करता है ना सच दे राहां ते, तो उदों ये चारे चीजां घड़ियां जांदियां ने, चारे चीजां घड़ियां जांदियां ने। हुण देखो, मन साडा घड़िया होया नहीं है, मन दे अंदर उथल पुथल मची है, जिहड़े मर्जी विचार आई जांदे ने, चंगे भी माड़े। ते जदों असीं मेहनत करते हाँ ना, जे मेहनत की जाए तो फिर मन विच नैगेटिविटी नहीं आउंदी, फिर पॉजिटिव विचार ही आउंदे ने। मन घड़िया जांदा है, मेहनत करन नाल घड़िया जाएगा। जिवें मैं पहलां भी तुहाडे नाल बेनती कीती है ना, आदतां साडीआं, साडा सुभाਅ जिवें दा भी बनिया है, जे इहनूं बदलना है, चंगा बनाना है, तो मेहनत करनी। 2 4 6 महीने की मेहनत के नाल बंदा बिल्कुल अपने आप नूं बदल सकता है। किसी भैड़ी तो भैड़ी कदी आदत नूं बदलण लई ज्यादा तो ज्यादा टाइम 20-22 दिन लगदे, यानी असीं इहनूं बदल सकते हैं। मन घड़िया जा सकता है, मन विचों नैगेटिविटी नूं कढिया जा सकता है, पॉजिटिव विचार अंदर लिआंदे जा सकते हैं। मन घड़िया जांदा है जदों मेहनत बंदा, मत घड़ी जांदी है क्योंकि असीं फैसले लैणे ने, असीं की काम करना है, की नहीं करना। जो साडे सुख दुख ने साडे लए होए फैसलिਆਂ ਦੇ नतीजे ने। दुख असीं चुनिया है, साडी किस्मत विच नहीं लिखिया होया, असीं आप चुनिया। सुख असीं आप चुनदे हां, साडी चोण है, चॉइस है। क्योंकि सानू किसी कर्म का नतीजा मिले ना, मेरियां किडनियां खराब हुईयां ने शराब पी पी के, तां मेरी पिछली किस्मत विच नहीं लिखिया है, मेरी अपनी चोण है। जे किसी दियां नहीं खराब हुईयां, उन्हें शराब वगैरह नहीं पीती, तो दी अपनी चोण है, साडी चॉइस। बुद्ध घड़ी जाती है, सही फैसले लैंदी है, विवेक बुद्ध मिल जाती है, बंदे नूं कॉमन सेंस मिल जाती है, कित्थे मैं की बोलना है, की करना। चित्त, साडा चेता, असीं कहने साडी याददाश्त माड़ी है, सानू कोई चीज याद नहीं रहिंदी। क्यों नहीं याद रहिंदी? क्योंकि मेहनत नहीं करते। भाजी सानू बाणी, कई ना कहंदियां ने भैणां, वीर जी सानू बाणी नहीं याद। किवें कोई शब्द याद करिए तो याद नहीं, तो जे पुछिए ना तो किहड़ा शब्द, जिवें जिवें भाजी जिवें जो मांगे ठाकुर अपने ते जे पुछिए भी इहनूं याद करन लई किन्नी क मेहनत कीती तुसीं, किन्नी वारी पढ़िया, कहंदी पढ़िया ते नहीं, रिपीट ते नहीं कीता। मैं कहा भी जे असीं याद करदे हां तां एक शब्द 15-20 वारी 25 वारी पढ़ना पैंदा, कई वारी 50-50 वारी रिपीट करना पैंदा, तां ही है ना। मेहनत तां नहीं कीती, पर शब्द याद किवें होएगा? गणित का फार्मूला, बीज गणित का फार्मूला, रसायन शास्त्र का, फिजिक्स का किवें याद होएगा? मेहनत करोगे तां ही है ना। मेहनत कीतियां चित्त घड़िया जांदा है, याददाश्त तेज हुंदी है, जिन्ना मर्जी तुसीं याद रख सकते हो, तुहाडे ते डिपेंड करता है। मेहनत करनी पवेगी, चेता घड़िया जाएगा। अहं साडी ईगो घड़ी हुई थोड़ा है, ईगो घड़ी हुई नहीं है। साडे अंदर जां तां इनफीरियोरिटी कॉम्पलैक्स हुंदा है, जां सुपीरियोरिटी कॉम्पलैक्स हुंदा है। ये घड़ी हुई ईगो थोड़ा है। अपने आप को सब तो उच्चा ते महान समझी जाना, मैं ही जो कुछ कह रहा ठीक कह रहा।
ਈਗੋ ਦੀ ਪ੍ਰੋਬਲਮ ਹਰ ਇੱਕ ਦੇ ਅੰਦਰ ਹੈ ਨਾ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਡੇ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਅਸੀਂ ਝੁਕ ਨਹੀਂ ਸਕਦੇ, ਟੁੱਟ ਜਾਵਾਂਗੇ, ਝੁਕਾਂਗੇ ਨਹੀਂ। ਇਹ ਘੜੀ ਹੋਈ ਈਗੋ ਨਹੀਂ ਹੈ। ਸੁਪਰੀਓਰਿਟੀ ਕੰਪਲੈਕਸ ਕਿ ਮੈਂ ਸਭ ਕੁਝ ਜਾਣਨਾ, ਇਸ ਤੋਂ ਅੱਗੇ ਕੁਝ ਨਹੀਂ, ਮੈਂ ਨਹੀਂ ਸਮਝਦਾ ਕਿਸੇ ਦੇ ਪਿਓ ਨੂੰ ਵੀ ਕੁਛ, ਆਮ ਲੋਕ ਕਹਿੰਦੇ ਨੇ, ਚੰਗੀ ਗੱਲ ਨਹੀਂ ਹੈ। ਦੂਜੇ ਉਹ ਨੇ ਜਿਹੜੇ ਕਹਿੰਦੇ ਨੇ ਮੇਰੇ ਤੋਂ ਤੇ ਕੁਝ ਹੋਣਾ ਹੀ ਨਹੀਂ, ਮੈਂ ਤੇ ਬਿਲਕੁਲ ਜੀ ਤੁਹਾਡੇ ਪੈਰਾਂ ਦੀ ਧੂੜ ਹਾਂ, ਸਾਡੇ ਤੋਂ ਤੇ ਕੁਝ ਨਹੀਂ ਹੋ ਸਕਦਾ, ਸਾਡੇ ਤੋਂ ਕਿੱਥੇ ਹੋਣਾ ਹੈ, ਮੈਂ ਲੋਕ ਕਾਮਯਾਬ ਹੋ ਗਏ, ਮੇਰੇ ਵੱਸ ਦਾ ਨਹੀਂ, ਸਾਡਾ ਤੇ ਜੀ ਕੱਖ ਨਹੀਂ ਹੋ ਸਕਦਾ, ਹੁਣ ਇਸ ਉਮਰੇ ਕੀ ਹੋਣਾ ਹੈ, ਹੁਣ ਤੇ ਗੋਡੇ ਦੁਖਦੇ ਨੇ। ਹੁਣ ਇਹ ਕੋਈ ਘੜੀ ਹੋਈ ਈਗੋ ਥੋੜਾ ਹੈ। ਸਵਾਭਿਮਾਨ, ਮੈਂ ਕਰ ਸਕਦਾ ਹਾਂ, ਮੈਂ ਚੰਗਾ ਇਨਸਾਨ ਹਾਂ, ਮੈਂ ਰੱਬ ਦਾ ਰੂਪ ਹਾਂ, ਮੈਂ ਰੱਬ ਦੇ ਰਾਹਾਂ ਤੇ ਚੱਲ ਸਕਦਾ ਹਾਂ। ਸਵਾਭਿਮਾਨੀ ਹੋਣਾ ਇਹ ਅਭਿਮਾਨ ਨਹੀਂ ਹੈ। ਮੈਂ ਚੰਗੇ ਕੰਮ ਕਰਨਾ ਇਹ ਅਭਿਮਾਨ ਨਹੀਂ, ਸਵਾਭਿਮਾਨ ਹੈ। ਸਿਰਫ ਮੈਂ ਹੀ ਚੰਗੇ ਕੰਮ ਕਰਨਾ ਇਹ ਅਭਿਮਾਨ। ਤਾਂ ਇਹ ਚਾਰੇ ਚੀਜ਼ਾਂ ਘੜੀਆਂ ਜਾਂਦੀਆਂ ਨੇ। ਮਿਹਨਤ ਕਰਨ ਦੇ ਨਾਲ ਸੁਰਤ ਵੀ, ਅਸੀਂ ਕਹਿੰਦੇ ਹਾਂ ਸਾਡਾ ਧਿਆਨ ਨਹੀਂ ਟਿਕਦਾ, ਬਾਣੀ ਪੜ੍ਹਨੇ ਆ ਜੀ ਸਾਡਾ ਧਿਆਨ ਉੱਤਰ ਜਾਂਦਾ। ਡਰਾਈਵਿੰਗ ਕਰਦਿਆਂ ਕਿਉਂ ਨਹੀਂ ਜਾਂਦਾ? ਲਾਲ ਬੱਤੀ ਤੋਂ ਕੱਢੀ ਕਦੇ, ਕਦੀ ਕਿਸੇ ਦੇ ਵਿੱਚ ਠੋਕੀ ਹੈ, ਪਤਾ ਹੈ ਨਾ ਵੀ ਉੱਥੇ ਛਿੱਤਰ ਪੈਣੇ ਨੇ, ਪਤਾ ਹੈ ਚਲਾਨ ਹੋ ਜਾਣਾ, ਲਾਇਸੈਂਸ ਕੈਂਸਲ ਹੋ ਜਾਣਾ, ਲੱਤਾਂ ਬਾਹਾਂ ਟੁੱਟਣੀਆਂ ਨੇ, ਧਿਆਨ ਜਾਂਦਾ ਕਿਤੇ? ਉੱਥੇ ਬੰਦਾ ਮਿਹਨਤ ਕਰਦਾ ਨਾ, ਧਿਆਨ ਰੱਖਦਾ ਹੈ। ਤਾਂ ਹਰ ਥਾਂ ਤੇ ਧਿਆਨ ਟਿਕ ਸਕਦਾ ਹੈ, ਧਿਆਨ ਇਕਾਗਰ ਹੋ ਸਕਦਾ ਹੈ, ਪੜ੍ਹਾਈ ਵਿੱਚ ਵੀ ਲੱਗ ਸਕਦਾ ਹੈ। ਰਿਸ਼ਤੇ ਨਾਤੇ ਸਾਡੇ ਨਾ ਟੁੱਟਣ, ਇੱਥੇ ਵੀ ਧਿਆਨ ਲੱਗ ਸਕਦਾ ਹੈ। ਸਾਡਾ ਪਰਿਵਾਰ ਸੋਹਣਾ ਬਣੇ, ਧਿਆਨ ਲੱਗ ਸਕਦਾ ਹੈ। ਅਸੀਂ ਪ੍ਰੇਮ ਦੇ ਨਾਲ ਰਹਿਣਾ, ਧਿਆਨ ਲੱਗ ਸਕਦਾ ਹੈ। ਪਰ ਮਿਹਨਤ ਕਰਨੀ ਪਵੇਗੀ, ਚਿੱਤ ਘੜਿਆ ਜਾਏਗਾ, ਚੇਤਾ ਘੜਿਆ ਜਾਏਗਾ, ਮਨ ਘੜਿਆ ਜਾਏਗਾ, ਮਤ ਘੜੀ ਜਾਏਗੀ, ਬੁੱਧ ਘੜੀ ਜਾਏਗੀ, ਹਉਮੈ ਘੜੀ ਜਾਏਗੀ, ਸਵਾਭਿਮਾਨ ਆ ਜਾਏਗਾ। ਇਹਨੂੰ ਕਹਿੰਦੇ ਨੇ ਸੁੰਦਰਤਾ। ਯਾਨੀ ਸਾਡੇ ਅੰਦਰ ਇਹ ਸੁੰਦਰਤਾ ਜਿਹੜੀ ਹੈ ਉਹ ਘੜੀ ਜਾਏਗੀ, ਸੁੰਦਰਤਾ ਘੜੀ ਜਾਵੇ। ਕਿੱਥੇ ਘੜੀਏ? ਸੁਰਤ, ਮਤ, ਮਨ, ਬੁੱਧ। ਮਨ ਵੀ ਘੜਿਆ ਹੋਵੇ, ਚਿੱਤ ਵੀ ਘੜਿਆ ਹੋਵੇ, ਬੁੱਧ ਵੀ ਘੜੀ ਹੋਈ ਹੋਵੇ, ਸੁਰਤ ਵੀ ਘੜੀ ਹੋਈ ਹੋਵੇ। ਇਹ ਕਿਵੇਂ ਹੋਏਗਾ? ਸਰਮਖੰਡ, ਮਿਹਨਤ ਦਾ ਫਲ ਹੈ। ਕਿੱਥੇ ਘੜੀਏ? ਸੁਰਾਂ ਸਿੱਧਾਂ ਕੀ ਸੁਧ। ਸੁਧ ਦਾ ਮਤਲਬ ਸੂਝ। ਜਦੋਂ ਮਿਹਨਤ ਕਰੋਗੇ ਨਾ ਸਚਿਆਰ ਹੋਣ ਲਈ, ਸੱਚੇ ਰਾਹਾਂ ਤੇ ਤੁਰਨ ਲਈ, ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣ ਦੀ, ਤੇ ਉਸ ਮਿਹਨਤ ਵਾਲੀ ਅਵਸਥਾ ਦੇ ਅੰਦਰ ਸੁਰ ਦਾ ਮਤਲਬ ਦੇਵਤੇ, ਤੇ ਸਿੱਧ ਦਾ ਮਤਲਬ ਜਿਹੜੇ ਯੋਗੀ ਨੇ, ਯੋਗ ਸਾਧਨਾਵਾਂ ਲਾ ਲਾ ਕੇ, ਸਮਾਧੀਆਂ ਲਾ ਲਾ ਕੇ ਜਿਹੜੇ ਯੋਗ ਸਾਧਨਾ ਵਿੱਚ ਪੁੱਗ ਗਏ ਨੇ, ਉਹਨਾਂ ਦੀ ਸੂਝ ਵੀ ਘੜੀ ਜਾਏਗੀ। ਭਾਵ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ, ਉਹਨਾਂ ਦੀ ਅਸਲੀਅਤ ਬਾਰੇ ਪਤਾ ਲੱਗ ਜਾਏਗਾ ਕਿ ਇਹ ਤੇ ਕੁਝ ਵੀ ਨਹੀਂ। ਸੁਰਾਂ ਸਿੱਧਾਂ ਕੀ ਸੁਧ, ਉੱਥੇ ਤੁਹਾਨੂੰ ਸਫਲਤਾ ਮਿਲੇਗੀ। ਉੱਥੇ ਨਾ ਦੇਵਤਿਆਂ ਔਰ ਸਿੱਧਾਂ ਦੀ ਅਸਲੀਅਤ ਦਾ ਗਿਆਨ ਹੋਏਗਾ, ਔਰ ਤੁਸੀਂ ਮਾਣ ਦੇ ਨਾਲ ਕਹਿ ਸਕੋਗੇ ਕਿ ਸਚਿਆਰ ਮਨੁੱਖ ਤੋਂ ਉੱਚਾ ਕੋਈ ਦੇਵੀ ਦੇਵਤਾ, ਕੋਈ ਸਿੱਧ ਪੀਰ ਸੁਰਨਾਥ ਨਹੀਂ ਹੈ। ਸਚਿਆਰ ਹੋਣਾ ਹੀ ਦੁਨੀਆ ਦਾ ਸਭ ਤੋਂ ਮਹਾਨ ਹੋ ਜਾਣਾ ਹੈ। ਸਚਿਆਰ ਹੋ ਜਾਣਾ ਹੀ ਜੀਵਨ ਦਾ ਮਕਸਦ ਹੈ। ਸਚਿਆਰ ਹੋ ਜਾਣਾ ਹੀ ਸਫਲਤਾ ਦਾ ਰਾਜ ਹੈ। ਸਚਿਆਰ ਹੋ ਜਾਣਾ ਹੀ ਸੁੱਖਾਂ ਦਾ ਪਾ ਲੈਣਾ ਹੈ। ਸਚਿਆਰ ਹੋ ਜਾਣਾ ਹੀ ਆਤਮਿਕ ਜੀਵਨ ਦਾ ਖਜ਼ਾਨਾ ਹੈ। ਸਚਿਆਰ ਹੋ ਜਾਣਾ ਸਾਡੀ ਮੰਜ਼ਿਲ ਹੈ। ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਏਗੀ, ਜੀਵਨ ਘੜਿਆ ਜਾਏਗਾ, ਜੀਵਨ ਸੋਹਣਾ ਬਣ ਜਾਏਗਾ। ਤੇ ਐਸੇ ਸੋਹਣੇ ਬਣ ਜਾਓਗੇ, ਤੁਹਾਡੇ ਵਰਗਾ ਸੋਹਣਾ ਕੋਈ ਨਹੀਂ ਰਹੇਗਾ। ਫਿਰ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਫਿਰ ਫੈਸ਼ਨਾਂ ਦੀ ਲੋੜ ਨਹੀਂ ਪਵੇਗੀ, ਫਿਰ ਸਾਦਿਆਂ ਕੱਪੜਿਆਂ 'ਚ ਵੀ ਸੋਹਣੇ ਲੱਗੋਗੇ। ਨੈਚੁਰਲ ਬਿਊਟੀ ਤੁਹਾਡੀ ਹੋਰ ਚਮਕ ਜਾਏਗੀ। ਤੁਹਾਡਾ ਝੁਰੜੀਆਂ ਵਾਲਾ ਚਿਹਰਾ ਵੀ ਦਗ ਦਗ ਕਰੇਗਾ। ਤੁਸੀਂ ਬੁਢੇਪੇ ਦੇ ਅੰਦਰ ਵੀ ਸੋਹਣੇ ਲੱਗੋਗੇ, ਕਿਉਂਕਿ ਮਾਨਸਿਕਤਾ ਸੋਹਣੀ ਹੈ ਨਾ। ਹਰ ਚੀਜ਼ ਘੜੀ ਹੋਈ ਹੈ, ਮਨ ਘੜਿਆ ਹੈ, ਬੁੱਧ ਘੜੀ ਹੈ, ਸੁਰਤ ਘੜੀ ਹੈ, ਜੀਵਨ ਘੜਿਆ ਹੈ, ਪੋਜ਼ਿਟਿਵਿਟੀ ਹੈ, ਸਕਾਰਾਤਮਕ ਸੋਚ ਹੈ, ਸੱਚੇ ਰਾਹਾਂ ਤੇ ਚੱਲ ਕੇ ਰੱਬ ਵਰਗੇ ਹੋ ਗਏ ਹੋ। ਤਾਂ ਇਹ ਸਾਰਾ ਕਿਵੇਂ ਹੋਏਗਾ? ਮਿਹਨਤ ਦੇ ਨਾਲ ਹੋਏਗਾ। ਫਿਰ ਕੀ ਹੋਏਗਾ? ਜੇ ਐਸੇ ਸੁਰਤ ਮਤ ਮਨ ਬੁੱਧ ਘੜੀ ਜਾਏਗੀ, ਸਚਿਆਰ ਹੋ ਜਾਓਗੇ। ਇਹ ਸਚਿਆਰ ਹੋਣ ਦਾ ਸਾਧਨ ਹੈ। ਹੁਕਮ ਰਜ਼ਾ ਦੇ ਅੰਦਰ ਤੁਰਨ ਦੀ ਮਿਹਨਤ ਕਰਨੀ ਤੇ ਸਿੰਪਲ ਮਿਹਨਤ ਤੇ ਅਸੀਂ ਕਰ ਹੀ ਰਹੇ ਹਾਂ।
ਵੇਖਦੇ ਵੀ ਹਾਂ, ਬੋਲਦੇ ਵੀ ਹਾਂ, ਬਸ ਸੱਚ ਦੇ ਨਾਲ ਜੁੜਨਾ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਮਿਹਨਤ ਕਰੋਗੇ ਸਾਰਾ ਕੁਝ ਘੜਿਆ ਜਾਏਗਾ, ਸਚਿਆਰ ਹੋ। ਅੱਜ ਦੀ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਹਾਂ। ਅੱਜ ਦੀ ਇਸ ਪੌੜੀ ਬਾਰੇ ਜੇ ਆਪਨੇ ਜੋ ਵਿਚਾਰ ਕੀਤੀ ਹੈ, ਕੋਈ ਸਵਾਲ ਪੁੱਛਣਾ ਚਾਹੋ ਤਾਂ ਸਵਾਲ ਪੁੱਛ ਸਕਦੇ ਹੋ, ਔਰ ਜੇ ਆਪਣੇ ਵਿਊਜ਼ ਦੇਣੇ ਚਾਹੋ ਤੇ ਵਿਊਜ਼ ਦੇ ਸਕਦੇ ਹੋ। ਕਿਉਂਕਿ ਹੁਣ ਵੀਰ ਜੀ ਤਰਲੋਚਨ ਸਿੰਘ ਜੀ ਤੁਹਾਨੂੰ ਆਪ ਅਨਮਿਊਟ ਨਹੀਂ ਕਰ ਸਕਦੇ, ਤੁਹਾਨੂੰ ਅਨਮਿਊਟ ਆਪ ਹੋਣਾ ਪੈਣਾ ਸਵਾਲ ਕਰਨ ਵਾਲੇ ਨੂੰ। ਜੇ ਕੋਈ ਸਵਾਲ ਕਰਨਾ ਚਾਹੁੰਦਾ ਹੈ ਜਾਂ ਕੋਈ ਆਪਣੇ ਵਿਊਜ਼ ਦੇਣਾ ਚਾਹੁੰਦਾ ਹੈ ਤਾਂ ਉਹ ਅਨਮਿਊਟ ਹੋ ਜਾਣਗੇ, ਤਾਂ ਭਾਈ ਸਾਹਿਬ ਉਹਨਾਂ ਨੂੰ ਟਾਈਮ ਦਿੰਦੇ ਰਹਿਣਗੇ। ਹੁਣ ਅਗਲੀ ਕਾਰਵਾਈ ਵੀਰ ਜੀ ਤਰਲੋਚਨ ਸਿੰਘ ਕਰ ਰਹੇ ਨੇ, ਮੈਂ ਇੱਥੇ ਸਮਾਪਤੀ ਕਰਨਾ। ਉਹਨਾਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ ਦਾ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਜੀ। ਤੇ ਜਿੱਦਾਂ ਗਿਆਨੀ ਜੀ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਹੈ ਕਿ ਜੇ ਕਿਸੇ ਨੇ ਕੋਈ ਸਵਾਲ ਜਵਾਬ ਕਰਨਾ ਹੋਵੇ ਅੱਜ ਦੀ ਵਿਚਾਰ ਵਾਸਤੇ, ਅੱਜ ਦੀ ਕਥਾ ਜਿਹੜੀ ਸੁਣੀ ਹੈ ਉਹਦੇ ਵਾਸਤੇ ਆਪਣੇ ਵਿਊਜ਼ ਜਿਹੜੇ ਹੈਗੇ ਆ ਉਹ ਤੁਸੀਂ ਦੇਣੇ ਆ, ਤਾਂ ਤੁਸੀਂ ਆਪ ਹੀ ਅਨਮਿਊਟ ਹੋ ਜਾਓ ਜੀ। ਤੇ ਉਹਦੇ ਵਿੱਚ ਫਿਰ ਗਿਆਨੀ ਜੀ ਆਪ ਜੀ ਦੇ ਨਾਲ ਸਾਂਝਾ ਕਰ ਸਕਦੇ ਆ ਤੁਹਾਡੀ ਵਿਚਾਰ ਦੇ ਨਾਲ ਵੀ। ਤੇ ਥੈਂਕ ਯੂ ਜੀ, ਤੁਹਾਡਾ ਸਾਡੇ ਨਾਲ 2 ਜਣੇ ਅਨਮਿਊਟ ਹੋਏ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸਭ ਤੋਂ ਪਹਿਲਾਂ ਗਿਆਨੀ ਜੀ ਜਸਵੀਰ ਕੌਰ ਜੀ ਉਹ ਅਨਮਿਊਟ ਹੋਏ ਆ, ਤੇ ਉਹਦੇ ਬਾਅਦ ਦੇ ਵਿੱਚ ਮੈਂ ਸਵਿੰਦਰ ਕੌਰ ਜੀ ਕੋਲ ਆਊਂਗਾ। ਹਾਂਜੀ ਜਸਵੀਰ ਕੌਰ ਜੀ। ਆਦਬ ਮੈਨੂੰ ਵਾਪਸ ਕਰੂੰਗੇ। ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ। ਅਨੂਪ ਦਾ ਕੀ ਦੱਸਿਆ? ਹਾਂਜੀ ਜਿਹੜੀ ਆ ਲਾਈਨ ਆ, ਤਿੱਥੈ ਘੜੀ ਹੈ, ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ। ਉੱਥੇ ਮਤਲਬ ਬਹੁਤ ਸੁੰਦਰ, ਅਨੂਪ ਦਾ ਮਤਲਬ ਅਨੁਪਮ, ਵੰਡਰਫੁਲ ਘਾੜਤ ਘੜੀ ਜਾਂਦੀ ਤੁਹਾਡੀ ਮੈਂਟੈਲਿਟੀ ਦੀ, ਤੁਹਾਡੇ ਜੀਵਨ ਦੀ। ਜਦੋਂ ਤੁਸੀਂ ਮਿਹਨਤ ਕਰਦੇ ਹੋ ਨਾ ਸੱਚ ਦੇ ਰਾਹ ਤੇ ਚੱਲਣ ਦੀ, ਤਾਂ ਅਨੂਪ ਦਾ ਮਤਲਬ ਅਨੁਪਮ, ਵੰਡਰਫੁਲ, ਹੈਰਾਨੀਜਨਕ ਤੁਹਾਡੇ ਜੀਵਨ ਦੀ ਸੋਹਣੀ ਘਾੜਤ ਘੜੀ ਜਾਂਦੀ। ਇਹਦੇ ਵਰਗਾ ਹੋਰ ਕੋਈ ਨਹੀਂ। ਠੀਕ, ਧੰਨਵਾਦ ਜੀ। ਸਵਿੰਦਰ ਕੌਰ ਜੀ। ਹਾਂਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮੇਰੀ ਭੈਣ। ਗਿਆਨੀ ਜੀ ਮੈਨੂੰ ਜਰਾ ਦੁਬਾਰਾ ਦੱਸੋਗੇ, ਮਨ, ਮਤ ਤੇ ਬੁੱਧ ਤੇ ਚਿੱਤ? ਹਾਂਜੀ, ਇਹ ਤੁਸੀਂ ਅਲੱਗ-ਅਲੱਗ ਪੁੱਛਣਾ ਚਾਹੁੰਦੇ ਹੋ ਨਾ? ਹਾਂਜੀ। ਇੱਥੇ ਸੁਰਤ ਦਾ ਮਤਲਬ ਹੈਗਾ ਚਿੱਤ। ਹਾਂਜੀ, ਲਿਖ ਲਓ ਜੇ ਲਿਖਣਾ ਤਾਂ। ਹਾਂਜੀ। ਤੇ ਮਤ ਦਾ ਮਤਲਬ ਇੱਥੇ ਹੈਗਾ ਅਹੰ, ਈਗੋ। ਈਗੋ। ਹਾਂਜੀ, ਮਨ ਦਾ ਮਤਲਬ ਮਨ ਹੈਗਾ। ਹਾਂਜੀ। ਤੇ ਬੁੱਧ ਦਾ ਮਤਲਬ ਬੁੱਧ ਯਾਨੀ ਅਕਲ ਹੈ। ਹਾਂਜੀ। ਹਾਂਜੀ, ਇਹ ਜਿਹੜੇ ਅਰਥ ਕੀਤੇ ਨੇ ਇਹ ਭਾਈ ਕਾਹਨ ਸਿੰਘ ਨਾਭਾ ਨੇ ਕੀਤੇ ਨੇ ਮਹਾਨ ਕੋਸ਼ ਵਿੱਚ। ਹਾਂਜੀ, ਜਿਹੜੇ ਅਸੀਂ ਪਹਿਲਾਂ ਪੜ੍ਹੇ ਸੀ ਤੁਸੀਂ ਇਹਦਾ ਦੱਸਿਆ ਸੀ ਮਨ ਉਸ ਐਕਟੀਵਿਟੀ ਦਾ ਨਾਮ ਹੈ, ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ। ਹਾਂਜੀ, ਮਨ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਹੜੀ ਐਕਟੀਵਿਟੀ ਰਾਹੀਂ ਸਾਡੇ ਦਿਮਾਗ ਵਿੱਚ ਵਿਚਾਰ ਪੈਦਾ ਹੁੰਦੇ ਨੇ। ਅੱਛਾ ਜੀ। ਮਨ ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਹੈ ਜਿਸ ਤਰ੍ਹਾਂ ਹੀ ਸਾਡੇ ਦਿਮਾਗ ਵਿੱਚ ਵਿਚਾਰ ਪੈਦਾ ਹੁੰਦੇ ਨੇ। ਮਨ ਸਾਡੇ ਸਰੀਰ ਦਾ ਕੋਈ ਵੱਖਰਾ ਅੰਗ ਨਹੀਂ ਹੈ। ਹਾਂਜੀ। ਤੇ ਬੁੱਧ ਸਾਡੇ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜੋ ਠੀਕ ਔਰ ਗਲਤ ਦਾ ਨਿਰਣਾ ਕਰਦੀ ਹੈ ਕਿ ਇਹ ਚੀਜ਼ ਠੀਕ ਹੈ, ਇਹ ਗਲਤ ਹੈ। ਜਿਹੜੀ ਚੀਜ਼ ਇਸ ਚੀਜ਼ ਦਾ ਨਿਰਣਾ ਕਰਦੀ ਹੈ ਉਹਨੂੰ ਅਸੀਂ ਬੁੱਧੀ ਕਹਿੰਦੇ। ਚਿੱਤ ਸਾਡੇ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜੋ ਹਰ ਚੀਜ਼ ਨੂੰ ਚੇਤੇ ਰੱਖਦੀ ਹੈ, ਰਹਿੰਦਿਆਂ ਦਿਮਾਗ ਵਿੱਚ ਹੀ ਸਾਰਾ ਕੁਝ। ਅੱਛਾ ਜੀ। ਤੇ ਈਗੋ ਸਾਡੇ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜੋ ਸਾਡੇ ਵਿੱਚ ਨਾ ਵਖਰੇਵੇਂ ਪੈਦਾ ਕਰਦੀ। ਮੈਂ ਤੁਹਾਨੂੰ ਵੱਖਰਾ ਆਪਣੇ ਨਾਲੋਂ ਵੇਖਣਾ ਤੇ ਤੁਸੀਂ ਮੈਨੂੰ ਆਪਣੇ ਨਾਲੋਂ ਵੱਖਰਾ ਵੇਖਦੇ ਹੋ, ਜਿਹੜੇ ਵਖਰੇਵੇਂ ਪੈਦਾ ਕਰਦੀ ਉਹ ਈਗੋ ਸੀ। ਥੈਂਕ ਯੂ ਜੀ। ਸਵਿੰਦਰ ਕੌਰ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਤੁਹਾਡੇ ਨਾਲ ਸਾਡੇ ਨਾਲ ਪਹਿਲਾਂ ਅਨਮਿਊਟ ਹੋਏ ਸੀ ਜੀ ਇੱਕ ਲੇਡੀ, ਸ਼ਾਇਦ ਸਕੱਤਰ ਕੌਰ ਉਹਨਾਂ ਦਾ ਨਾਂ ਆ, ਉਹ ਅਨਮਿਊਟ ਹੋਏ ਸੀਗੇ ਜੀ। ਜੇ ਉਹਨਾਂ ਨੇ ਕੁਝ ਪੁੱਛਣਾ ਤਾਂ ਉਹ ਹੁਣ ਅਨਮਿਊਟ ਹੋ ਜਾਣ ਕਿਉਂਕਿ ਮਿਊਟ ਹੋ ਗਏ ਆ। ਤੇ ਉਹਦੇ ਨਾਲ ਨਾਲ ਮੇਰੇ ਘਰੋਂ ਦਵਿੰਦਰ ਕੌਰ ਜੀ ਉਹ ਵੀ ਅਨਮਿਊਟ ਆ। ਪਹਿਲਾਂ ਮੈਂ ਉਹਨਾਂ ਨੂੰ ਪੁੱਛ ਲੈਂਦਾ। ਹੈਲੋ ਹੈਲੋ। ਹਾਂਜੀ, ਮੈਂ ਗਿਆਨੀ ਜੀ ਉਹਨਾਂ ਨੂੰ ਪੁੱਛਣਾ ਕਿ ਸੁਰਾ ਸਿੱਧਾ ਕੀ ਸੁੱਧ ਦਾ ਦੁਬਾਰਾ ਅਰਥ ਕਰਦੀ ਸੀ। ਇੱਥੇ ਭੈਣ ਆਮ ਨੇ ਤਾਂ ਅਰਥ ਨਾ ਇਹ ਕੀਤਾ ਹੈ ਕਿ ਉੱਥੇ ਸੁਰਾਂ ਦਾ ਮਤਲਬ ਦੇਵਤੇ ਤੇ ਸਿੱਧ ਦਾ ਮਤਲਬ ਜਿਹੜੇ ਪੁੱਗੇ ਹੋਏ ਯੋਗੀ ਨੇ।
ਵੀ ਉਹਨਾਂ ਵਾਲੀ ਸੂਝ ਘੜੀ ਜਾਂਦੀ ਹੈ ਕਿ ਯਾਨੀ ਉੱਥੇ ਦੇਵਤਿਆਂ ਔਰ ਸਿੱਧਾਂ ਵਾਲੀ ਸੂਝ ਆ ਜਾਂਦੀ ਹੈ, ਪਰ ਇਹਦਾ ਮੀਨਿੰਗ ਇਹ ਨਹੀਂ ਹੈ। ਇਹਦਾ ਮੀਨਿੰਗ ਇਹ ਹੈਗਾ ਕਿ ਜਦੋਂ ਬੰਦਾ ਸਚਿਆਰ ਹੋਣ ਵਾਸਤੇ ਮਿਹਨਤ ਕਰਦਾ ਹੈ ਤਾਂ ਉੱਥੇ ਜਿਹੜੇ ਦੇਵਤੇ ਔਰ ਸਿੱਧ ਨੇ ਇਹਨਾਂ ਦੀ ਅਸਲੀਅਤ ਨੂੰ ਪਛਾਣਨ ਵਾਲੀ ਸੂਝ ਘੜੀ ਜਾਂਦੀ ਹੈ। ਥੈਂਕ ਯੂ। ਬੰਦਾ ਉਹਨਾਂ ਦੀ ਅਸਲੀਅਤ ਨੂੰ ਪਛਾਣ ਲੈਂਦਾ ਕਿ ਇਹਨਾਂ ਦੀ ਅਸਲੀਅਤ ਕੀ ਹੈ, ਇਹਦੇ ਬੈਕਗ੍ਰਾਉਂਡ ਵਿੱਚ ਕੀ ਹੈ, ਇਹਨਾਂ ਦੀ ਮੈਂਟੈਲਿਟੀ ਕੀ ਹੈ, ਇਹ ਕਿੱਥੇ ਖੜੇ ਨੇ, ਉਹ ਸੂਝ ਘੜੀ ਜਾਂਦੀ ਹੈ ਜਿਹੜੀ ਉਹ ਦੇਵਤਿਆਂ ਤੋਂ ਉੱਤੇ ਦੀ ਗੱਲ ਹੈ। ਥੈਂਕ ਯੂ। ਧੰਨਵਾਦ ਭੈਣ। ਠੀਕ ਹੈ ਜੀ, ਧੰਨਵਾਦ ਜੀ। ਹੋਰ ਤਾਂ ਹੁਣ ਸਾਡੇ ਨਾਲ ਕੋਈ ਅਨਮਿਊਟ ਨਹੀਂ ਜੀ। ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ, ਗਿਆਨੀ ਜੀ ਦਾ ਵੀ ਧੰਨਵਾਦ ਕਰਦੇ ਹਾਂ। ਤੇ ਆਪਾਂ ਫਿਰ ਸਮਾਪਤੀ ਕਰ ਦਿੰਦੇ ਹਾਂ ਜੀ। ਫਿਰ ਹੋਰ ਜੇ ਕਿਸੇ ਨੇ ਵੀ ਨਹੀਂ ਪੁੱਛਣਾ ਗਿੱਛਣਾ ਜੀ। ਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਟਾਈਮ ਦਿੱਤਾ ਆਪਣਾ, ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਅਸੀਂ 2 ਵਜੇ ਮੁੜ ਕੇ ਫਿਰ ਇਸੇ ਪਲੇਟਫਾਰਮ ਤੇ ਆਵਾਂਗੇ ਜੀ। ਸਾਰੇ ਜਣੇ ਆਉਣਾ ਨਾ ਭੁੱਲਿਓ। ਤੇ ਕੱਲ ਨੂੰ ਮਿਲਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।